ਹਾਏ ਬੀਬਾ ਕਰੀ ਆ ਹੈ ਇਹ ਤਾਂ ਚਾਚਾ ਚਤਰ ਸਿੰਘ ਦੀ ਆਵਾਜ਼ ਲੱਗਦੀ ਹੈ। ਇੱਕ ਮਿੰਟ ਚਾਚਾ ਜੀ, ਹਾਲੇ ਅੰਦਰ ਨਾ ਵੜਿਓ, ਮੈਨੂੰ ਜ਼ਰਾ ਤੇਲ ਚੱਕ ਲਿਆਣ ਦਿਓ। ਕਿਉਂ ਤੇਲ ਪਾਉਣ ਨੂੰ ਚਾਚਾ ਫਸ ਕੇ ਚੱਲਦਾ? ਓਏ ਚਾਚਾ ਦਾ ਪਹਿਲਾਂ ਹੀ ਬਥੇਰਾ ਰਵਾਂ। ਓਹੋ ਚਾਚਾ ਜੀ, ਤੁਸੀਂ ਬੜੀ ਦੇਰ ਬਾਅਦ ਮੇਰੇ ਘਰੇ ਆਏ ਹੋ ਨਾ, ਇਸ ਕਰਕੇ ਮੈਂ ਤਾਂ ਤੇਲ ਚੋਣ ਲੱਗੀ ਸੀ। ਓਏ ਜੇ ਤੇਲ ਚੋਣ ਹੀ ਲੱਗੀਆਂ ਨਾ ਬੀਬਾ, ਫਿਰ ਸੂਰਜਮੁਖੀ ਜਾਂ ਸੋਇਆਬੀਨ ਦਾ ਚੋਈ। ਕਿਉਂ, ਸਰੋਂ ਦਾ ਕੀ ਕਹਿੰਦਾ? ਓਏ ਸਰੋਂ ਦੇ ਤੇਲ ਨੇ ਤਾਂ ਪਹਿਲਾਂ ਹੀ ਦਿੱਲੀ 300 ਬੰਦਾ ਟੇਢਾ ਕੀਤਾ, ਹਜੇ ਤੱਕ ਸਿੱਧਾ ਨਹੀਂ ਹੋਇਆ। ਆ ਜਾਓ ਅੰਦਰ ਲੰਘਿਓ। ਵਾਹ ਬਈ ਵਾਹ ਵਾਹ। ਬਸ ਇਕੱਲੇ ਹੀ? ਪਰਛਾਵਾਂ ਕਿੱਥੇ ਐ? ਪਰਛਾਵਾਂ? ਕਿਹੜਾ ਪਰਛਾਵਾਂ? ਸ਼ਰਮਾ ਜੀ, ਯਾਨੀ ਕਿ ਤੁਹਾਡਾ ਭਤੀਜ। ਓਏ ਕੁੜੀਏ, ਤੂੰ ਬਾਲੇ ਨੂੰ ਪਰਛਾਵਾਂ ਕਹਿ ਕੇ ਨਾ ਉਸ ਗਰੀਬ ਦੇ ਪਿਆਰ ਦੀ ਤੋਹੀਨ ਕੀਤੀ ਆ, ਉਹਦੀ ਬੁੱਕਤ ਘਟਾਈ ਆ। ਇਹ ਤਾਂ ਵਾਹ ਪਿਆਈ ਜਾਣੀ ਹੈ ਕਿ ਕੌਣ ਭੌਰਾ ਕੌਣ ਭੂੰਡ। ਪਰਛਾਵਾਂ ਦੱਸਦੀ ਆ। ਇਹਦੇ 'ਚ ਬੁੱਕਤ ਘਟਾਉਣ ਵਾਲੀ ਕਿਹੜੀ ਗੱਲ ਹੈ? ਪਰਛਾਵਾਂ ਤਾਂ ਮੈਂ ਇਸ ਕਰਕੇ ਕਿਹਾ ਕਿ ਉਹ ਹਮੇਸ਼ਾ ਪਰਛਾਵੇਂ ਵਾਂਗੂ ਤੁਹਾਡੇ ਨਾਲ ਨਾਲ ਰਹਿੰਦਾ ਹੈ। ਫੇਰ ਬੀਬਾ ਤੈਨੂੰ ਮੋਤੀ ਤੇ ਮਣਕੇ 'ਚ ਹਜੇ ਫਰਕ ਨਹੀਂ ਪਤਾ। ਕੀ ਫਰਕ ਹੈ? ਓਏ ਮੋਤੀ ਮਣਕੇ ਦਾ ਰੰਗ ਇੱਕੋ ਤੇ ਇੱਕੋ ਕੱਦ ਦੋਹਾਂ ਦਾ, ਤੇ ਜਦੋਂ ਉਹਨਾਂ ਦੀ ਕੀਮਤ ਪਾਈਏ ਫਿਰ ਪਾੜਾ ਲੱਖਾਂ ਕੋਹਾਂ ਦਾ। ਓਏ ਕਮਲੀਏ, ਇੰਨਾ ਸਾਥ ਤਾਂ ਮੇਰਾ ਘਰ ਵਾਲੀ ਨੇ ਨਹੀਂ ਦਿੱਤਾ ਜਿੰਨਾ ਭਤੀਜ ਨੇ ਦਿੱਤਾ। ਓਏ ਪਰਛਾਵੇਂ ਨੇ ਉਹਦੀ ਕੀ ਰੀਸ ਕਰਨੀ ਆ ਜਿਹੜਾ ਹਨੇਰੇ ਜਾ ਕੇ ਸਾਰਾ ਸਾਥ ਛੱਡ ਜਾਂਦਾ। ਅੱਛਾ ਬਾਬਾ, ਗਲਤੀ ਹੋ ਗਈ। ਦਰਅਸਲ ਮੈਨੂੰ ਇਹ ਕਹਿਣਾ ਚਾਹੀਦਾ ਸੀ ਕਿ ਤੁਹਾਡਾ ਸਾਥ ਤਾਂ ਚੋਲੀ ਦਾਮਨ ਵਾਲਾ ਹੈ। ਓਏ ਕੋਈ ਅਕਲ ਨੂੰ ਹੱਥ ਮਾਰ, ਅਕਲ ਨੂੰ ਹੱਥ ਮਾਰ। ਕਿਉਂ? ਇਹ ਚੋਲੀ ਦਾਮਨ ਵਾਲੀਆਂ ਉਦਾਹਰਨਾਂ ਜਨਾਨੀਆਂ ਲਈ ਵਰਤੀ ਦੀਆਂ। ਸਾਡੇ ਲਈ ਜੇ ਤੂੰ ਕਹਿਣਾ ਚਾਹੁੰਦੀ ਆ ਤਾਂ ਵੱਧ ਤੋਂ ਵੱਧ ਇਹ ਕਹਿ ਸਕਦੀ ਆ ਕਿ ਖੋਰਾਂ ਵਿੱਚੋਂ ਖੋਰ ਵੇਖੀਏ, ਖੋਰ ਊਂਠ ਜਾਂ ਬੋਤੀ ਦਾ। ਓਏ ਭਤੀਜ ਚਾਚੇ ਦਾ ਪਿਆਰ ਇਉਂ ਜਿਉਂ ਪਿਆਰ ਪਜਾਮੇ ਧੋਤੀ ਦਾ। ਪਜਾਮੇ ਤੇ ਧੋਤੀ ਦਾ ਪਿਆਰ? ਹਾਂ, ਮੈਂ ਨਹੀਂ ਮੰਨਦੀ। ਕਿਉਂ? ਕਦੇ ਪਜਾਮੇ ਤੇ ਧੋਤੀ ਦੀ ਵੀ ਨਿਭੀ ਆਪਸ ਵਿੱਚ? ਕਿਉਂ ਕਾਲੀਆਂ ਦੀ ਭਾਜਪਾ ਨਾਲ ਨਿਭ ਨਹੀਂ ਰਹੀ? ਇਹ ਕਾਦੀ ਨਿਭਣੀ? ਮਤਭੇਦ ਤਾਂ ਐਨੇ ਨੇ। ਓਏ ਕਮਲੀਏ, ਮਤਭੇਦ ਤਾਂ ਲੋਕਾਂ ਲਈ ਨੇ, ਮੰਤਵ ਤਾਂ ਦੋਹਾਂ ਦਾ ਇੱਕੋ ਹੀ ਆ। ਕੀ ਨੰਗ ਢਕਣ। मतलब? एक दिन पजामे ने कहा तोती से, हम दोनों बने एक धागे से, मगर तुझ में और मुझ में फर्क है इतना कि तुम खुलती हो पीछे से और मैं खुलता हूं आगे से। नीलू, लो आ गई थोड़ी लांगड़। मैनू पता सी, मैनू करदा लोड, तू जरा दरवाजा खोल। हाय नीलू। हाय। हाय। क्यों ਹੁਣ ਮੈਨੂੰ ਵੇਖ ਕੇ ਸੱਚੀ ਹਾਏ ਨਿਕਲ ਗਈ? ਨਹੀਂ ਚਾਚਾ ਜੀ, ਮੈਂ ਤਾਂ ਹੈਰਾਨ ਸੀ ਤੁਸੀਂ ਇੱਥੇ ਕਿਵੇਂ? ਤੈਨੂੰ ਮਿਲਣ ਆਇਆ ਸੀ। ਮੈਨੂੰ? ਪਰ ਮੇਰਾ ਘਰ ਤਾਂ ਆਸਾ ਪੱਤੀ ਚ। ਆਹੋ ਪੁੱਤ, ਤੂੰ ਆਪਣੇ ਘਰੇ ਨਾ ਮਿਲੇ ਫਿਰ ਤੈਨੂੰ ਲੋਕਾਂ ਦੇ ਘਰੇ ਹੀ ਲੱਭਣਾ। ਕਿੰਨਾ ਚਿਰ ਹੋ ਗਿਆ ਤੈਨੂੰ ਮਿਲੇ ਨੂੰ? ਚਿਰ ਵਾਲੀ ਕਿਹੜੀ ਗੱਲ ਸੀ, ਮੈਨੂੰ ਸੁਨੇਹਾ ਭੇਜ ਦੇਣਾ ਸੀ। ਕਿਉਂ, ਨੀਲੂ ਨੇ ਸੁਨੇਹਾ ਭੇਜਿਆ ਸੀ ਤੈਨੂੰ? ਉਹ ਤਾਂ ਨਾ ਕੀ ਮੈਂ ਲਾਈ ਆ? ਉਹ ਤਾਂ ਤੈਨੂੰ ਲੱਭਣਾ ਸੀ, ਲੱਭ ਲਿਆ। ਫਿਰ ਮਾਨਦਾਨ ਚਾਚੇ ਦੀ CID। ਅੱਛਾ ਵੀ ਦਾਤਾ, ਚੜਾਈ ਆ ਵੀ ਚਾਚੇ ਦੀ। ਓਏ ਓਏ, ਕੋਈ ਸ਼ਰਮ ਕਰ, ਸ਼ਰਮ ਕਰ। ਖਬਰਦਾਰ ਦੇ ਮੈਨੂੰ ਅੱਛਾ ਵੀ ਦਾਤਾ ਕਿਹਾ। ਓਏ ਤੂੰ ਤਾਂ ਜਿਹੜੇ ਅੰਬ ਥੱਲਿਓਂ ਦੀ ਨਿਕਲ ਜਵੇਂ 4 ਸਾਲ ਉਹਨੂੰ ਬੂਰ ਨਹੀਂ ਪੈਂਦਾ, ਤੇ ਅੱਛਾ ਵੀ ਦਾਤਾ ਕਹਿ ਕੇ ਮੈਨੂੰ ਹਾਂ ਲਾਉਣੀ ਆ। ਚੱਲ ਅੱਛਾ ਵੀ ਦਾਤਾ ਨਹੀਂ ਕਹਿੰਦੇ, ਪਰ ਇੰਨਾ ਤਾਂ ਮੰਨਦੇ ਹੋ ਚਾਚੇ ਦੀ ਚੜਾਈ ਆ। ਚੜਾਈ ਹੈਗੀ ਆ, ਮੈਂ ਮੰਨਦਾ, ਪਰ ਇੰਨੀ ਚੜਾਈ ਨਹੀਂ ਜਿੰਨੀ ਬੰਤਾ ਸਿਉਂ ਦੀ ਆ। ਬੰਤਾ ਸਿਉਂ? ਲੱਗਦਾ ਹੁਣ ਫੁੰਮਣ ਸਿਉਂ ਵਾਂਗੂ ਬੰਤਾ ਸਿਉਂ ਇੱਕ ਨਵਾਂ ਹੀ ਕਰੈਕਟਰ ਕੱਢ ਲਿਆ। ਲੈ ਨਵਾਂ ਹੀ ਕਰੈਕਟਰ ਦੱਸਦੀ ਆ। ਓਏ ਓਏ ਕੁੜੀਏ, ਅਮਰੀਕਾ ਵਾਲੇ ਬੰਤਾ ਸਿਉਂ ਨੂੰ ਤਾਂ ਦੁਨੀਆ ਜਾਣਦੀ ਆ। ਅੱਛਾ। ਮੈਂ ਕਿਹਾ ਪਿੱਛੇ ਜੇ ਬੰਤਾ ਸਿਉਂ ਅਮਰੀਕਾ ਤੋਂ ਪੰਜਾਬ ਆਇਆ ਤੇ ਉਹਨੂੰ ਉਹਦੇ ਲੰਗੋਟੀਆ ਯਾਰ ਨਾਰ ਸਿਉਂ ਨੇ ਮਿਹਣਾ ਮਾਰ ਕੇ ਪੁੱਛਿਆ, ਕਿਵੇਂ ਆ ਵੀ ਬੰਤਾ ਸਿਉਂ? ਫਿਰ ਅਮਰੀਕਾ 'ਚ ਚੱਕੀ ਜਾਂਦਾ ਗੋਰਿਆਂ ਦੇ ਫੱਟੇ। ਫੇਰ ਕੀ ਕਹਿੰਦਾ? ਓਏ ਕਹਿੰਦਾ, ਨਾਰ ਸਿਆਂ ਮੈਂ ਫੱਟੇ ਫੁੱਟੇ ਨਹੀਂ ਚੱਕਦਾ, ਆਪਣੀ ਤਾਂ ਉਧਰ ਇੰਨੀ ਚੜਾਈ ਆ ਕਿ ਬਿਲ ਕਲਿੰਟਨ ਨਾਲ ਮੇਰੀ ਸਿੱਧੀ ਗੱਲਬਾਤ ਆ। ਚਾਚਾ, ਅਮਰੀਕਾ ਦਾ ਰਾਸ਼ਟਰਪਤੀ ਹੋਵੇ, ਵਰਲਡ ਦੀ ਪਾਵਰ ਹੋਵੇ, ਤੇ ਬੰਤਾ ਸਿੰਘ ਉਹਦੇ ਨਾਲ ਸਿੱਧੀ ਗੱਲ ਹੋਵੇ, ਮੈਂ ਨਹੀਂ ਮੰਨਦਾ। ਆਹੋ ਭਤੀ, ਤੂੰ ਤਾਂ ਉਦਣ ਮੰਨੇਗਾ ਜਿੱਦਣ ਮੋਨਿਕਾ ਲੈਵਿੰਸਕੀ ਵਾਂਗੂ ਤੇਰੀ ਵੀ ਬਿਲ ਕਲਿੰਟਨ ਨਾਲ ਸਿੱਧੀ ਗੱਲਬਾਤ ਹੋਊ। ਚਾਚਾ ਥੋੜੀ ਸ਼ਰਮ ਕਰ, ਸ਼ਰਮ। ਤੂੰ ਮੈਨੂੰ ਮੋਨ ਕਰਗਾ ਸਮਝਿਆ? ਨਹੀਂ ਭਤੀਜ, ਤੈਨੂੰ ਤਾਂ ਭੂਰਾ ਉਹਦੇ ਨਾਲੋਂ ਵੱਧ ਹੀ ਸਮਝਿਆ। ਪਰ ਉਹ ਪਿੰਡ ਵਾਲੇ ਨਾਰ ਸਿਆਂ ਨੂੰ ਸਮਝ ਨਾ ਆਵੇ, ਉਹ ਘੜੀ ਮੁੜੀ ਪੁੱਛੇ, ਆਖੇ ਬੰਤਾ ਸਿਆਂ ਇਹ ਬਿੱਲ ਨਾਲ ਗੱਲਬਾਤ ਹੋਣੀ ਕੋਈ ਖਾਸੀ ਵੱਡੀ ਗੱਲ ਹੁੰਦੀ ਆ? ਉਹ ਕਹਿੰਦਾ, ਕਮਲਿਆ, ਵੱਡੇ ਬੰਦੇ ਨਾਲ ਗੱਲਬਾਤ ਹੋਣੀ ਵੱਡੀ ਗੱਲ ਹੁੰਦੀ ਆ? ਇਹ ਭਲਾ ਕਿੱਡਾ ਕੁ ਵੱਡਾ ਬਿੱਲ ਆ? ਉਹ ਕਹਿੰਦਾ, ਖਾਸਾ ਹੀ ਵੱਡਾ ਬਿੱਲ ਆ। ਫਿਰ ਵੀ ਉਹ ਕਹਿੰਦਾ, ਤੂੰ ਘਬਰਾ ਨਾ, ਤੁਹਾਡੇ ਬਿਜਲੀ ਦੇ ਬਿੱਲ ਤੋਂ ਤਾਂ ਛੋਟਾ ਹੀ ਆ। ਫੇਰ ਕੀ ਕਹਿੰਦਾ ਨਾਹਰ ਸਿਉਂ? ਨਾਰ ਸਿਉਂ ਕਹਿੰਦਾ, ਆਖੋਲੇ ਪ੍ਰਦੇਸ਼, ਉਹ ਅਸੀਂ ਤੇਰੀ ਉੱਥੇ ਚੜਾਈ ਵੇਖਣ ਜਾਣਾ, ਤੈਨੂੰ ਬਿੱਲ ਜਾਣਦਾ ਹੂ। ਓਏ ਅਸੀਂ ਤਾਂ ਤੇਰੀ ਚੜਾਈ ਤਾਂ ਮੰਨੀਏ ਜੇ ਇੱਥੇ ਤੈਨੂੰ ਬਾਦਲ ਸਾਹਿਬ ਜਾਣਨ। ਉਹ ਕਹਿੰਦਾ, ਚੱਲ ਬਾਦਲ ਸਾਹਿਬ ਨੂੰ ਮਿਲਾ ਲਿਆਉਂਦੇ ਆ। ਲਓ ਜੀ, ਦੋਨੋਂ ਕਾਰ 'ਚ ਬੈਠੇ ਚੰਡੀਗੜ੍ਹ ਨੂੰ ਰਵਾਨਾ। ਗਾਹਾਂ ਕੁਰਾਲੀ ਕੋਲੇ ਬਾਦਲ ਸਾਹਿਬ ਦਾ ਕਿਸੇ ਫੰਕਸ਼ਨ ਦੇ ਵਿੱਚ ਭਾਸ਼ਣ ਚੱਲੇ, ਦੋਨੋਂ ਆ ਕੇ ਭੀੜ ਦੇ ਵਿੱਚ ਖੜ ਗਏ। ਭਾਸ਼ਣ ਕਰਦਿਆਂ ਦੀ ਜਦੋਂ ਬਾਦਲ ਸਾਹਿਬ ਦੀ ਨਿਗਾਹ ਬੰਤਾ ਸਿਉਂ ਤੋਂ ਗਈ, ਉਹਨਾਂ ਨੇ ਵਿੱਚੇ ਸਪੀਚ ਰੋਕਤੀ। ਕਿਸਾਨ ਭਰਾਓ, ਮੈਂ 10 ਮਿੰਟ ਲਈ ਖਿਮਾ ਚਾਹੂੰਗਾ। ਇਹ ਜਥੇਦਾਰਾਂ ਵਾਲਾ ਮਸਲਾ ਕਿਸੇ ਦਿਨ ਫੇਰ ਵਿਚਾਰ ਲਾਂਗੇ।
ਪਰ ਬੰਤਾ ਸਿੰਘ ਵਰਗਾ ਯਾਰ ਮੁੜ ਕੇ ਨਹੀਂ ਮਿਲਣਾ। ਲਓ ਜੀ, ਇੰਨੀ ਗੱਲ ਕਹਿ ਕੇ ਬਾਦਲ ਸਾਹਿਬ ਨੇ ਥੱਲੇ ਆ ਕੇ ਭੀੜ ਦੇ ਵਿੱਚ ਬੰਤਾ ਸਿੰਘ ਨੂੰ ਘੁੱਟ ਕੇ ਜੱਫੀ ਪਾਈ। ਬਾਈ ਬੰਤਾ ਸਿੰਘ ਕਦੋਂ ਆਇਆ ਅਮਰੀਕਾ ਤੋਂ, ਤੂੰ ਦੱਸਿਆ ਹੀ ਨਹੀਂ ਯਾਰ। ਬਾਜੀ ਪਿਛਲੇ ਹਫਤੇ ਆਇਆ ਸੀ। ਚੱਲ ਚੰਡੀਗੜ੍ਹ ਜਾ ਕੇ ਲੰਚ ਕਰਦੇ ਆ ਇਕੱਠੇ। ਉਹ ਕਹਿੰਦਾ ਜੀ ਬਸ ਥੋੜੇ ਦਰਸ਼ਨ ਕਰਨੇ ਸੀ, ਕਰ ਲਏ, ਹੁਣ ਤੁਸੀਂ ਵੀ ਬਿਜ਼ੀ ਤੇ ਅਸੀਂ ਵੀ ਚੱਲਦੇ ਆਂ। ਅੱਛਾ ਫਿਰ ਬੰਤਾ ਸਿੰਘ ਨੇ ਨਾਰ ਸਿੰਘ ਨਾਲ ਅੱਖ ਮਿਲਾ ਕੇ ਪੁੱਛਿਆ, ਕਿਉਂ ਮੰਨਦਾ ਫਿਰ ਬੰਤਾ ਸਿੰਘ ਦੀ ਚੜ੍ਹਾਈ? ਫਿਰ ਕੀ ਕਹਿੰਦਾ ਨਾਰ ਸਿਓ? ਨਾਰ ਸਿੰਘ ਕੋ ਤੇਰੇ ਵਰਗਾ ਅਖੇ ਮੈਂ ਨਾ ਮੰਨੂ। ਕਹਿੰਦਾ ਮੈਨੂੰ ਲੱਗਦਾ ਅਮਰੀਕਾ ਤੋਂ ਤੂੰ ਇਲੈਕਸ਼ਨ ਵੇਲੇ ਪਾਰਟੀ ਫੰਡ ਭੇਜਤਾ ਹੋਣਾ, ਜਿਹਦੇ ਕਰਕੇ ਬਾਦਲ ਸਾਹਿਬ ਤੈਨੂੰ ਜਾਣਦੇ ਆ। ਹੋਰ ਕਿਤੇ ਬਾਦਲ ਨੇ ਤੇਰੇ ਨਾਲ ਪੱਗ ਵਟਾਈ ਹੋਈ ਹੈ? ਅਖੇ ਮੈਂ ਤਾਂ ਮੰਨੂ ਜੇ ਕਿਧਰੇ ਤੈਨੂੰ ਵਾਜਪਾਈ ਸਾਹਿਬ ਜਾਣਨ। ਉਹ ਕਹਿੰਦਾ ਚਲੋ ਵਾਜਪਾਈ ਸਾਹਿਬ ਨੂੰ ਮਿਲਾ ਲਿਆਉਣੇ ਆ। ਫਿਰ ਚਲੇ ਗਏ ਪੀਐਮ ਸਾਹਿਬ ਨੂੰ ਮਿਲਣ। ਕਾਰ 'ਚ ਬੈਠੇ ਦਿੱਲੀ ਪਹੁੰਚ ਗਏ। ਗਾਹਾਂ ਜਾਂਦਿਆਂ ਨੂੰ ਕੈਬਨਿਟ ਦੀ ਮੀਟਿੰਗ ਚੱਲੇ। ਜੈ ਲਲਿਤਾ ਬਾਰੇ ਹੋਰ ਮਸਲੇ ਥੋੜੇ ਆ, ਮਸਲੇ ਤੇ ਮਸਲਾ ਠਾ ਮਸਲਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਾਜਪਾਈ ਸਾਹਿਬ ਦੀ ਨਜ਼ਰ ਗੇਟ ਤੇ ਪਈ ਜਿੱਥੇ ਬੰਤਾ ਸਿੰਘ ਖੜਾ ਸੀ। ਚੱਕਤੀ ਮੀਟਿੰਗ ਫਿਰ? ਚੱਕਣੀ ਸੀ। आदरणीय मंत्रीगण, मैं 1 घंटे के लिए मीटिंग उठा रही हूँ। ऐसा क्यों कर रही हूँ? बात ही कुछ ऐसी है। ये उधम सिंह नगर का मसला तो फिर भी किसी दिन हल हो जाएगा, मगर ये बंता सिंह का मसला बहुत गंभीर है। मैं क्षमा चाहता हूँ। फिर की कहते वाजपेयी साहब? अरे भाई बंता सिंह कब आए अमेरिका से? आप पहले बता देते, हम अडवाणी साहब को लेने के लिए भेज देते। ऐसा है, अब रात्रि का भोजन हमारे संग करो। और कहना जनाब बात थोड़े दर्शन करने सी कर ले, सो हुण आज्ञा दो भाई, जैसे आपकी इच्छा। ਬੜੀ ਜਲਦੀ ਗਲੋਂ ਲਾਇਆ ਵਾਜਪਾਈ ਸਾਹਿਬ ਨੇ। ਦਰਅਸਲ ਬੀਬਾ ਵਾਜਪਾਈ ਸਾਹਿਬ ਦਾ ਸੁਭਾਅ ਵੀ ਮੇਰੇ ਬਾਪੂ ਨਾਲ ਖਾਸਾ ਮੇਲ ਜੋਲ ਖਾਂਦਾ। ਉਹ ਵੀ ਬਸ ਕੋਰਾ ਕਰਾਰਾ ਹੀ ਆ, ਕੰਮ ਦੀ ਗੱਲ ਕਰਦਾ ਹੁੰਦਾ ਸੀ। ਉਹ ਕਿੱਦਾਂ? ਜਦੋਂ ਕੋਈ ਮੇਰਾ ਯਾਰ ਦੋਸਤ ਮੇਰੇ ਘਰੇ ਆ ਕੇ ਪੁੱਛਦਾ ਸੀ ਆ ਬਾਪੂ ਜੀ ਚਤਰ ਸਿੰਘ ਕਿੱਥੇ ਆ, ਉਹਦਾ ਵੀ ਖੇਤ ਨੂੰ ਗਿਆ ਪੱਠੇ ਲੈਣ, ਕਦੋਂ ਮੁੜੂਗਾ ਭਾਈ ਕੁਝ ਕਹਿ ਨਹੀਂ ਸਕਦੇ, ਕੋਈ ਕੰਮ ਸੀ ਕੋਈ ਖਾਸ ਨਹੀਂ। ਚਾਹ ਦਾ ਕੱਪ ਨਹੀਂ ਜੀ ਬਸ ਪੀ ਕੇ ਆ, ਚੰਗਾ ਫਿਰ ਬਾਹਰ ਉਹ ਗੇਟ ਲਾਉਣਾ। ਤੇ ਜਦੋਂ ਕਦੇ ਮੈਨੂੰ ਕੋਈ ਬੀਬੀ ਮਿਲਣ ਆਉਂਦੀ ਸੀ, अंकल चतुर कहाँ है? ਉਹਦਾ ਵੀ ਖੇਤ ਨੂੰ ਪੱਠੇ ਲੈਣ ਗਿਆ। कब आएंगे? ਆ ਕੁਝ ਕਹਿ ਨਹੀਂ ਸਕਦੇ, ਕੋਈ ਕੰਮ ਸੀ। ਅੱਛਾ ਚਾਹ ਦਾ ਕੱਪ जी मैं पीकर आई हूँ। ਚੰਗਾ ਫਿਰ ਅੰਦਰ ਹੋ ਗੇਟ ਲਾਉਣਾ। ਚਾਚਾ ਤੂੰ ਵਿੱਚੇ ਆਪਣੀ ਰਾਮ ਕਥਾ ਤੋਰ ਲਈ। ਇਹ ਦੱਸ ਵੀ ਬੰਤਾ ਸਿੰਘ ਦੀ ਚੜ੍ਹਾਈ ਵੇਖ ਕੇ ਨਾਰ ਸਿਓ ਕੀ ਕਹਿੰਦਾ? ਨਾਰ ਸਿਓ ਕਹਿੰਦਾ ਬੰਤਾ ਸਿਆ ਤੂੰ ਵੋਟਾਂ ਵੇਲੇ ਬਾਦਲ ਸਾਹਿਬ ਦੀ ਮਦਦ ਕੀਤੀ ਹੋਊ, ਇਸ ਕਰਕੇ ਤੇਰੀ ਬਾਦਲ ਸਾਹਿਬ ਨਾਲ ਚੰਗੀ ਆ। ਅੱਗੋਂ ਬਾਦਲ ਸਾਹਿਬ ਦੀ ਵਾਜਪਾਈ ਸਾਹਿਬ ਨਾਲ ਚੰਗੀ ਆ, ਕਦੇ ਗੱਲ ਕਰਤੀ ਹੋਊ ਤੇਰੇ ਬਾਰੇ, ਇਸ ਕਰਕੇ ਕੋਈ ਖਾਸ ਗੱਲ ਨਹੀਂ। ਚੜ੍ਹਾਈ ਤਾਂ ਤੇਰੀ ਤਾਂ ਮੰਨੀਏ ਜੇ ਧਰਮਿੰਦਰ ਨੂੰ ਜਾ ਕੇ ਮਿਲਾਵੇਂ। ਫਿਰ ਪਹੁੰਚ ਗਏ ਬੰਬੇ। ਗਾਹਾਂ ਜਾਂਦਿਆਂ ਨੂੰ ਧਰਮਿੰਦਰ ਦੀ ਕਿਸੇ ਫਿਲਮ ਦੀ ਸ਼ੂਟਿੰਗ ਚੱਲੇ। ਫਿਰ ਜਦੋਂ ਸ਼ੂਟਿੰਗ ਕਰਦੇ ਦਾ ਧਿਆਨ ਗਿਆ ਬੰਤਾ ਸਿੰਘ ਤੇ, ਤਾਂ ਧਰਮ ਜੀ ਕਹਿੰਦੇ ਪੈਕਅਪ। ਨਾਰ ਸਿੰਘ ਹੈਰਾਨ ਪਰੇਸ਼ਾਨ। ਧਰਮਿੰਦਰ ਜੀ ਕਹਿੰਦੇ ਬੰਤਾ ਸਿੰਘ ਇਹ ਸ਼ੂਟਿੰਗ ਤਾਂ ਨਿਤ ਹੋਣੀ ਆ, ਪਰ ਬੰਤਾ ਸਿੰਘ ਨੇ ਨਿਤ ਥੋੜਾ ਆਉਣਾ ਅਮਰੀਕਾ ਤੋਂ। ਜਦੋਂ ਧਰਮਿੰਦਰ ਜੀ ਬੰਤਾ ਸਿੰਘ ਨੂੰ ਜੱਫੀ 'ਚ ਲੈ ਕੇ ਸੜਕ ਤੇ ਤੁਰੇ, ਤਾਂ ਪਿੱਛੋਂ ਨਾਰ ਸਿੰਘ ਨੂੰ ਬੇਹੋਸ਼ੀ ਦਾ ਪਟਕ ਦੇਣੀ ਦੌਰਾ ਪੈ ਗਿਆ। ਲੋਕਾਂ ਨੇ ਪਾਣੀ ਦੇ ਛੋਟੇ ਮਾਰੇ ਦਾ ਨਾਰ ਸਿੰਘ ਨੂੰ ਹੋਸ਼ ਆਈ। ਫਿਰ ਬੰਤਾ ਸਿੰਘ ਨੇ ਨਾਰ ਸਿੰਘ ਦੇ ਕੱਪੜੇ ਝਾੜ ਕੇ ਪੁੱਛਿਆ ਕਿਉਂ? ਫਿਰ ਬੰਤਾ ਸਿੰਘ ਦੀ ਚੜ੍ਹਾਈ ਵੇਖ ਕੇ ਬੇਹੋਸ਼ ਹੋ ਗਿਆ। ਫਿਰ ਕੀ ਕਹਿੰਦਾ? ਉਹ ਕਹਿੰਦਾ ਮੈਂ ਬੰਤਾ ਸਿੰਘ ਦੀ ਚੜ੍ਹਾਈ ਵੇਖ ਕੇ ਨਹੀਂ ਬੇਹੋਸ਼ ਹੋਇਆ, ਫਿਰ ਓਏ ਮੈਂ ਤਾਂ ਧਰਮਿੰਦਰ ਦੀ ਉਤਰਾਈ ਦੇਖ ਕੇ ਬੇਹੋਸ਼ ਹੋਇਆ। ਉਹ ਕਿਵੇਂ? ਉਹ ਕਹਿੰਦਾ ਜਦੋਂ ਬੰਤਾ ਸਿੰਘ ਤੇਰੇ ਨਾਲ ਧਰਮਿੰਦਰ ਜੱਫੀ ਪਾ ਕੇ ਸੜਕ ਤੇ ਤੁਰਿਆ ਜਾ ਰਿਹਾ ਸੀ, ਤਾਂ ਸ਼ੂਟਿੰਗ ਵੇਖਣ ਵਾਲਿਆਂ ਦੀ ਭੀੜ ਵਿੱਚੋਂ ਇੱਕ ਭਈਏ ਨੇ ਮੈਨੂੰ ਕੂਣੀ ਮਾਰ ਕੇ ਪਤਾ ਕੀ ਪੁੱਛਿਆ? ਕੀ? ਅਰੇ ਇਹ ਬੰਤਾ ਸਿੰਘ ਕੇ ਸਾਥ ਕੌਣ ਜਾ ਰਹੀ ਹੈ ਬਈ? ਸੋਚਦੀ ਨਾਰ ਸਿੰਘ ਤਾਂ ਮੰਨ ਗਿਆ ਬੰਤਾ ਸਿੰਘ ਦੀ ਚੜ੍ਹਾਈ ਨੂੰ, ਹੁਣ ਤੂੰ ਦੱਸ ਮੰਨਿਆ ਕਿ ਨਹੀਂ? ਚਾਚਾ ਮੰਨ ਤਾਂ ਗਿਆ, ਪਰ ਚੰਗੀ ਤਰ੍ਹਾਂ ਉਦੋਂ ਮੰਨੂ ਜਦੋਂ ਸਾਨੂੰ ਵੀ ਬੰਤਾ ਸਿੰਘ ਦੇ ਦਰਸ਼ਨ ਕਰਵਾਏਗਾ। ਓਏ ਫੜੇ ਮੂੰਹ ਤੇਰੇ, ਉਹ ਅਜੇ ਤੱਕ ਤੂੰ ਬੰਤਾ ਸਿੰਘ ਨੂੰ ਮਿਲਿਆ ਹੀ ਨਹੀਂ। ਨਾ ਨੀਲੂ ਤੂੰ ਮੈਂ ਵੀ ਨਹੀਂ ਮਿਲੀ। ਤੇ ਮਿਲੋ ਫਿਰ। ਕਿੱਥੇ ਆ? ਓਏ ਸਿੱਧਰੇ ਹੋ, ਚਤਰ ਸਿੰਘ ਦਾ ਪੋਲੀਟੀਕਲ ਨਾਂ ਤਾਂ ਬੰਤਾ ਸਿੰਘ। ਵਾਹ ਚਾਚਾ ਜੀ ਵਾਹ, ਆਪਣੇ ਮੂੰਹੋਂ ਮੀਆਂ ਮਿੱਠੂ ਬੰਨਾ ਸਿੱਖੇ ਤਾਂ ਕੋਈ ਤੁਹਾਡੇ ਕੋਲ ਸਿੱਖੇ। ਸਿੱਧਾ ਹੀ ਦੱਸ ਦਿੰਦੇ ਕਿ ਤੁਹਾਨੂੰ ਸੀਐਮ ਪੀਐਮ ਜਾਣਦੇ ਆ, ਐਡੀ ਲੰਬੀ ਚੌੜੀ ਕਹਾਣੀ ਪਾ ਕੇ ਆਪਣੀ ਤਾਰੀਫ ਕਰਨ ਦੀ ਕੀ ਲੋੜ ਸੀ? ਇਹ ਤਾਂ ਬਤੇਜ ਆਪੋ ਆਪਣੀ ਪਰਸਨੈਲਿਟੀ ਹੁੰਦੀ ਆ, ਕਿਸੇ ਨੂੰ ਬਿਆਨ ਕਰਨ 'ਚ ਸਾਲਾਂ ਬੱਧੀ ਟਾਈਮ ਲੱਗ ਜਾਂਦਾ, ਤੇ ਇੱਕ ਪਰਸਨੈਲਿਟੀ ਤੇਰੇ ਵਰਗੇ ਦੀ ਹੁੰਦੀ ਆ ਜਿਹੜੀ ਮਿੰਟ ਸਕਿੰਟ 'ਚ ਬਿਆਨ ਕੀਤੀ ਜਾ ਸਕਦੀ ਆ। ਕਿਉਂ? ਕੀ ਹੋਇਆ ਇਹਨਾਂ ਦੀ ਪਰਸਨੈਲਿਟੀ ਨੂੰ? ਕੰਬੀਨੇਸ਼ਨ ਤਾਂ ਵੇਖੋ। ਹਾਏ ਓਏ ਸਾਧ ਕੇ ਜਾਵਾਂ ਇਹੋ ਜਿਹੇ ਕੰਬੀਨੇਸ਼ਨ ਦੇ। 300 ਦੀ ਜੁੱਤੀ ਤੇ ਟਕੇ ਦਾ ਮੂੰਹ। ਬਸ ਆ ਗਿਆ ਪੁਰਾਣੀਆਂ ਗੱਲਾਂ ਤੇ। ਕਿਉਂ ਪੁਰਾਣੀਆਂ ਗੱਲਾਂ ਨੂੰ ਜਾਲੇ ਲੱਗਿਆ? ਸਿਆਣੇ ਠੀਕ ਹੀ ਕਹਿੰਦੇ ਨੇ, ਅੱਛੇ ਤੀਰ ਤਲਵਾਰ ਦੇ ਜ਼ਖਮ ਹੋਵਣ, ਮਰਹਮ ਨਹੀਂ ਜ਼ੁਬਾਨ ਦੇ ਫੱਟ ਦੀਏ। ਬਸ ਆਹੀ ਤਿੱਖੀਆਂ ਗੱਲਾਂ ਕਰਕੇ ਚਾਚੀ ਛੱਡ ਕੇ ਗਈ ਤੁਹਾਨੂੰ। ਮਾਰ ਲੋ ਤਾਨੇ, ਪਤਾ ਲੱਗਦਾ ਕੁੱਲੀ ਨੂੰ ਅੱਗ ਲਾ ਕੇ ਕਿਸੇ ਦੀ ਲੱਗੀ ਕੌਣ ਜਾਣਦਾ। ਬੰਦਾ ਮਾੜੀ ਕਿਸਮਤ ਨੂੰ ਆਪ ਹੀ ਦਾਵਤ ਦਿੰਦਾ। ਐਵੇਂ ਨਹੀਂ ਕਿਸੇ ਨੇ ਕਿਹਾ ਕਿ ਬਦਕਿਸਮਤੀ ਘੋੜੇ ਤੇ ਸਵਾਰ ਹੋ ਕੇ ਆਉਂਦੀ ਆ ਤੇ ਜਾਂਦੀ ਆ ਪੈਦਲ। ਚਾਚੀ ਅਤਰੋ ਆਪ ਕਿਹੜਾ ਘੱਟ ਸੀ, ਜੁਗ ਨੂੰ ਜੁਗ ਟਕਰਿਆ ਹੋਇਆ ਸੀ। ਜਿਹੋ ਜੀ ਨੰਦੋ ਬਾਹਮਣੀ, ਉਹੋ ਜਿਹਾ ਕੁੱਦੂ ਜੇਠ। ਚਾਚਾ ਜੀ ਅਸਲ ਵਿੱਚ ਝਗੜੇ ਦਾ ਕਾਰਨ ਕੀ ਸੀ?
ਕਾਰਨ ਕੀ ਹੋਣਾ ਬੀਬਾ? ਇਹ ਗੱਲ ਉਦੋਂ ਦੀ ਆ ਜਦੋਂ ਮੈਂ ਟਰੱਕ ਚਲਾਉਂਦਾ ਹੁੰਦਾ ਸੀ। ਬਸ ਇੱਕ ਦਿਨ ਦਾਰੂ ਦੇ ਨਸ਼ੇ ਵਿੱਚ ਮੈਂ ਅਤਰੋ ਤੋਂ ਆ ਕੇ ਜਵਾਕਾਂ ਦਾ ਹਿਸਾਬ ਕਿਤਾਬ ਮੰਗ ਬੈਠਾ। ਮੈਨੂੰ ਕਹਿੰਦੀ ਜਵਾਕਾਂ ਦਾ ਹਿਸਾਬ ਕਿਤਾਬ ਮੰਗਦਾ, ਮੈਂ ਕੋਈ ਘਪਲੇਬਾਜ਼ੀ ਕੀਤੀ ਆ? ਮੈਂ ਕਿਹਾ ਐਂ ਦੱਸ, ਇਹ ਸਭ ਤੋਂ ਪਹਿਲੇ ਨੰਬਰ ਵਾਲਾ ਕਾਲਾ ਕਦੋਂ ਹੋਇਆ ਸੀ? ਫਿਰ ਕੀ ਕਹਿੰਦੀ? ਕਹਿੰਦੀ ਇਹ ਤਾਂ ਜੰਮਦਾ ਹੀ ਕਾਲਾ, ਮੈਂ ਕੀ ਟੁੱਟ ਪੈਣੇ ਤੇ ਸਵਾਹ ਮਲਤੀ। ਮੈਂ ਕਿਹਾ ਮੈਂ ਰੰਗ ਬਾਰੇ ਨਹੀਂ ਪੁੱਛ ਰਿਹਾ, ਮੈਂ ਇਹ ਪੁੱਛ ਰਿਹਾ ਹੋਇਆ ਕਦੋਂ ਸੀ? ਕਹਿੰਦੀ ਭੁੱਲ ਗਏ, ਜਦੋਂ ਤੁਸੀਂ ਅੰਮ੍ਰਿਤਸਰ ਮਾਲ ਸਿੱਟਣ ਆਏ ਸੀ। ਅੱਛਾ, ਇਹ ਦੱਸ ਦੂਜੇ ਨੰਬਰ ਵਾਲਾ ਬੱਗਾ ਕਦੋਂ ਹੋਇਆ ਸੀ? ਕਹਿੰਦੀ ਮੈਂ ਤਾਂ ਮੂੰਹੋਂ ਬਥੇਰੀਆਂ ਚੀਜ਼ਾਂ ਕੱਢ ਕੱਢ ਖਵਾਈਆਂ, ਪਰ ਮਰ ਜਾਣਾ ਇਹ ਬੱਗੇ ਦਾ ਬੱਗਾ। ਓਏ ਮੈਂ ਰੰਗ ਬਾਰੇ ਨਹੀਂ ਪੁੱਛ ਰਿਹਾ, ਮੈਂ ਇਹ ਪੁੱਛ ਰਿਹਾ ਇਹ ਹੋਇਆ ਕਦੋਂ ਸੀ? ਕਹਿੰਦੀ ਭੁੱਲ ਗਏ, ਜਦੋਂ ਟਰੱਕਾਂ ਦੀ ਸਟ੍ਰਾਈਕ ਚੱਲੀ ਸੀ। ਅੱਛਾ, ਹੁਣ ਦੱਸ ਇਹ ਤੀਜੇ ਨੰਬਰ ਵਾਲਾ ਨੀਲਾ ਕਦੋਂ ਹੋਇਆ ਸੀ? ਕਹਿੰਦੀ ਘਰੋਂ ਤਾਂ ਬਥੇਰਾ ਚੰਗਾ ਭਲਾ ਗਿਆ ਸੀ, ਪਿਓ ਵਰਗੇ ਨੇ ਲੈ ਲਿਆ ਹੋਣਾ ਰਾਹ 'ਚ ਕਿਸੇ ਨਾਲ ਪੰਗਾ, ਅਗਲੇ ਨੇ ਕਰਤਾ ਹੋਣਾ ਕੁੱਟ-ਕੁੱਟ ਨੀਲਾ। ਓਏ ਮੈਂ ਕਿਹਾ ਟੌਪਿਕ ਬਦਲਣ ਦੀ ਕੋਸ਼ਿਸ਼ ਨਾ ਕਰ, ਤੂੰ ਮੈਨੂੰ ਇਹ ਦੱਸ ਇਹ ਹੋਇਆ ਕਦੋਂ ਸੀ? ਕਹਿੰਦੀ ਭੁੱਲ ਗਏ, ਜਦੋਂ ਤੁਹਾਡੇ ਟਰੱਕ ਦਾ ਐਕਸੀਡੈਂਟ ਹੋਇਆ ਸੀ ਤੇ 20 ਦਿਨ ਗੱਡੀ ਵਰਕਸ਼ਾਪ ਖੜੀ ਰਹੀ ਸੀ। ਮੈਂ ਕਿਹਾ ਹੁਣ ਤਾਂ ਮੈਨੂੰ ਸੁੱਖ ਨਾਲ ਘਰੇ ਆਏ ਨੂੰ ਵੀ ਤਕੜਾ ਚਿਰ ਹੋ ਗਿਆ, ਤੇ ਆਹ ਕਿਹੜਾ ਚੌਥੇ ਨੰਬਰ ਵਾਲਾ ਹਾਲਾ ਭੁੰਜੇ ਹੀ ਬੈਠਾ ਚੱਪ ਮਾਰੀ, ਇਹਦਾ ਮੈਂ ਅੱਜ ਵੇਖਿਆ ਹੀ ਪਹਿਲੀ ਵਾਰੀ ਆ। ਇਹ ਕਦੋਂ ਹੋਇਆ ਸੀ? ਫੇਰ ਕੀ ਕਹਿੰਦੀ ਚਾਚੀ? ਕਹਿੰਦੀ ਵਿਚਾਰਾ ਆਰਾਮ ਨਾਲ ਬੈਠਾ ਚੌਲ ਖਾਂਦਾ ਖਾਈ ਜਾਣਦੇ, ਤੁਹਾਨੂੰ ਕੀ ਕਹਿੰਦਾ ਇਹ? ਚਾਚਾ ਫੇਰ? ਬਸ ਫੇਰ ਕੀ ਗੱਲ? ਕਹਿੰਦੀ ਆ ਤੂੰ ਮੂੰਹੋਂ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢਦੀ ਆ। ਸਾਰੇ ਸ਼ਰੀਕੇ 'ਚ ਹੋ ਗਈ ਲਾਲਾ ਲਾਲਾ। ਫੇਰ ਕੀ ਆਪਾਂ ਬਣਾਤੀ ਸੈਂਚਰੀ ਕਾਦੀ? ਛਿੱਤਰਾਂ ਦੀ। ਮਾ ਮੂਰੇ ਮੂਰੇ ਨੰਦੋ ਬਾਹਮਣੀ ਤੇ ਪਿੱਛੇ ਪਿੱਛੇ ਕੁੱਦੂ ਜੇਠ, ਬਸ ਫਿਰ ਟਪਾਤੀ ਪਿੰਡ ਦੀ ਜੂ। ਚਾਚਾ ਹੁਣ ਅਤਰੋ ਬਠਿੰਡੇ ਤੇ ਯਾਤਰਾ ਲੰਡੇ। ਬਸ ਪਟ ਲਿਆ ਘਰ ਗੁੱਸੇ 'ਚ ਆ ਕੇ। ਐ ਗੁੱਸਾ ਆਵੇ ਨਾ ਯਾਰ, ਉਹ ਅਸੀਂ ਤਾਂ ਮਾੜੀ ਜੀ ਗੱਲ ਪਿੱਛੇ ਬੰਦਾ ਰੇੜ ਦਿੰਦੇ ਸੀ, ਇਹ ਤਾਂ ਫੇਰ ਏਡੀ ਵੱਡੀ ਗੱਲ ਸੀ। ਚਾਚਾ ਜੀ ਤੁਸੀਂ ਬੰਦਾ ਕਦੋਂ ਰੇੜਿਆ ਸੀ? ਇਹ ਗੱਲ ਬੀਬੀ ਸਨ 67 ਦੀ ਆ, ਜਦੋਂ ਮੈਂ ਬੱਸ ਵਿੱਚ ਸਫ਼ਰ ਕਰ ਰਿਹਾ ਸੀ। ਮੇਰੀ ਨਾਲ ਦੀ ਸੀਟ ਤੇ ਆ ਕੇ ਇੱਕ ਲਾਲਾ ਬਹਿ ਗਿਆ ਤੇ ਲੱਗ ਗਿਆ ਸਿਗਰਟ ਪੀਣ। ਮੈਂ ਕਿਹਾ ਲਾਲਾ ਜੀ ਸਿਗਰਟ ਬੰਦ ਕਰ ਦਿਓ। ਫੇਰ ਕੀ ਲੱਗ ਗਿਆ ਲੰਬੇ ਲੰਬੇ ਸੂਟੇ ਖਿੱਚਣ। ਕਰ ਦਿੰਨੇ ਆ, ਤੁਸੀਂ ਹੁਕਮ ਕਰੋ। 1 ਮਿੰਟ ਦੀ ਤਾਂ ਗੱਲ ਆ। ਸਾਲਾ ਤਿੰਨਾਂ ਸੂਟਿਆਂ 'ਚ ਅੱਧੀ ਸਿਗਰਟ ਖਿੱਚ ਗਿਆ। ਮੈਂ ਕਿਹਾ ਮੈਨੂੰ ਬੇਵਕੂਫ ਨਾ ਬਣਾ, ਬੰਦੇ ਦਾ ਪੁੱਤ ਬਣ ਕੇ ਸਿਗਰਟ ਬੰਦ ਕਰ ਦੇ। ਗੱਲ ਕੋਈ ਨਹੀਂ, ਖਤਮ ਹੀ ਸਮਝੋ। ਲੋ ਹੋ ਗਈ ਖਤਮ। ਕਰਦਾ ਕਰਦਾ ਫਿਲਟਰ ਤਾਂ ਖਿੱਚ ਗਿਆ। ਮੈਨੂੰ ਬੜਾ ਵੱਟ ਚੜਿਆ ਵੀ ਬੁੱਧੂਏ ਬਣਾ ਗਿਆ ਯਾਰ। ਫੇਰ ਕੀ ਹੋਇਆ? ਹੋਣਾ ਕੀ ਸੀ, 6 ਸੂਟਿਆਂ 'ਚ ਖਿੱਚੀ ਸਿਗਰਟ ਨੇ ਲਿਆਤੀ ਘੂਕੀ, ਪੈ ਗਿਆ ਮੇਰੇ ਮੋਢੇ ਤੇ ਧੌਣ ਸਿੱਟ ਕੇ। ਮੈਂ ਕਿਹਾ ਲਾਲਾ ਧੌਣ ਚੱਕ ਲਾ। ਉਹਨੇ ਧੌਣ ਚੱਕ ਲਈ। ਫੇਰ 5 ਮਿੰਟਾਂ ਬਾਅਦ ਪਤਾ ਨਹੀਂ ਕੀ ਚੱਕਰ ਜਿਹਾ ਆਇਆ, ਮੇਰੇ ਮੋਢੇ ਤੇ ਧੌਣ ਸੁੱਟ ਕੇ ਲੱਗ ਗਿਆ ਘਰਾੜੇ ਮਾਰਨ। ਓਏ ਮੈਂ ਕਿਹਾ ਲਾਲਾ ਮੈਂ ਆਖਰੀ ਵਾਰੀ ਵਾਰਨਿੰਗ ਦੇ ਰਿਹਾ, ਜੇ ਚੰਗਾ ਚਾਹੁੰਦਾ ਧੌਣ ਚੱਕ ਲਾ। ਫਿਰ ਚੱਕ ਲਈ? ਉਦੋਂ ਤਾਂ ਚੱਕ ਲਈ, ਪਰ ਜਦੋਂ ਤੀਜੀ ਵਾਰੀ ਗੇੜਾ ਗਿਆ ਦੇ ਕੇ ਉਹਨੇ ਧੌਣ ਫੇਰ ਸਿੱਟੀ, ਫੇਰ ਭਤੀਜ ਮੇਰੇ ਗੁੱਸੇ ਦੀ ਇੰਤਹਾ ਸੀ। ਮੈਂ ਕੱਢੀ ਕਿਰਪਾਨ ਤੇ ਗਾਟਾ ਲਾ ਕੇ ਆਉ ਮਾਰਿਆ। ਧੌਣ ਰੁੜਦੀ ਰੁੜਦੀ ਡਰਾਈਵਰ ਕੋਲ ਚਲੀ ਗਈ। ਸਾਰੀਆਂ ਸਵਾਰੀਆਂ ਥਰ ਥਰ ਕੰਬਣ। ਲੋਕੀ ਕਹਿੰਦੇ ਭਾਈ ਸਾਹਿਬ ਇੰਨਾ ਗੁੱਸਾ, ਤੁਸੀਂ ਤਾਂ ਮਾੜੀ ਜੀ ਗੱਲ ਪਿੱਛੇ ਬੰਦਾ ਮਾਰਤਾ। ਉਹ ਮੈਂ ਕਿਹਾ ਅਜੇ ਮਾੜੀ ਜੀ ਗੱਲ ਸੀ। ਉਹ 2 ਵਾਰੀ ਸਿਗਰਟ ਬੰਦ ਕਰਨ ਨੂੰ ਗਿਆ ਨੇ, ਸਿਗਰਟ ਬੰਦ ਨਹੀਂ ਕੀਤੀ। 3 ਵਾਰੀ ਧੌਣ ਚੱਕਣ ਨੂੰ ਗਿਆ ਨੇ, ਧੌਣ ਨਹੀਂ ਚੱਕੀ। ਹੁਣ ਫਿਰ ਤਾਂ ਮਤੀਰੇ ਵਾਂਗੂ ਪੈਰਾਂ 'ਚ ਰੁੜਦਾ। ਹੁਣ ਜਦੋਂ ਅੱਖ ਖੁੱਲੀ ਪਤਾ ਲੱਗੂ ਚਤਰ ਸਿਓ ਨਾਲ ਪੰਗਾ ਕਿਵੇਂ ਲਈਦਾ। ਚਾਚਾ ਗੱਪ ਥੋੜੀ ਘੱਟ ਕਰ ਲੈ। ਓਏ ਤੂੰ ਘੱਟ ਕਰਨ ਦੀ ਗੱਲ ਕਰਦਾ? ਓਏ ਮੈਂ ਤਾਂ ਅਜੇ ਇੱਕ ਬੰਦਾ ਹੀ ਮਾਰਿਆ। ਬੁੜੇ ਸਾਡੇ ਨੇ ਤਾਂ 50 ਖੂਨ ਕੀਤੇ ਸੀ ਇਕੱਠੇ, ਉਹ ਵੀ ਇੱਕ ਦਿਨ 'ਚ। 50 ਖੂਨ? ਆਹੋ। ਚਾਕੂ ਨਾਲ? ਨਾ ਪਿਸਤੌਲ ਨਾਲ? ਬਿਲਕੁਲ ਨਹੀਂ। ਸਟੇਨ ਗਨ ਨਾਲ? ਨਾ। ਫੇਰ ਕਿੱਦਾਂ ਮਾਰੇ ਸੀ? ਖੱਡ ਕੇ ਸੱਟ ਕੇ ਮਾਰੇ ਸੀ। ਉਹ ਕਿਵੇਂ? ਰੋਡਵੇ 'ਚ ਡਰਾਈਵਰ ਸੀ ਨਾ। ਮੈਂ ਵੀ ਕਹਾ ਵੱਡਿਆ ਏ ਖਾਨਦਾਨੀ ਬਦਮਾਸ਼। ਇਹ ਤਾਂ ਵੀ ਪੁਲਿਸ ਦੇ ਸਾਰਿਆਂ ਦੀ ਆਵਾਜ਼ ਲੱਗਦੀ ਆ। ਹੈਂ? ਇਹ ਪੁਲਿਸ ਕੀ ਕਰਨ ਆਈ ਆ ਪਿੰਡ 'ਚ? ਚਾਚਾ ਜਿਹੜਾ ਤੁਸੀਂ ਬੱਸ 'ਚ ਖੂਨ ਕੀਤਾ ਸੀ ਨਾ, ਉਹਦਾ ਹਿਸਾਬ ਕਿਤਾਬ ਕਰਨ ਆਈ ਲੱਗਦੀ ਹੈ। ਬੀਬਾ ਤੂੰ ਤਾਂ ਕਮਲੀਆਂ ਗੱਲਾਂ ਕਰਦੀਆਂ। ਸਾਡਾ ਖਾਨਦਾਨ ਤਾਂ ਕੀੜੀ ਨੂੰ ਵੀ ਸਲੂਟ ਮਾਰ ਕੇ ਨਿਕਲਣ ਵਾਲਾ। ਓਏ ਅਸੀਂ ਕਿਸੇ ਦਾ ਖੂਨ ਕੀ ਕਰਨਾ, ਉਹ ਤਾਂ ਐਵੇਂ 2 ਘੜੀ ਤੁਹਾਡੇ ਨਾਲ ਮਸ਼ਗੂਲਾ ਕਰਦੇ ਸੀ। ਪਰ ਬੰਦਾ ਤਾਂ ਮਰਿਆ ਸੀ। ਓਏ ਆਪਣੀ ਕਰਤੂਤੀ ਮਰਿਆ ਸੀ, ਮੈਂ ਥੋੜਾ ਮਾਰਿਆ ਸੀ। ਉਹ ਕਿੱਦਾਂ? ਉਹਨੂੰ ਆਦਤ ਸੀ ਕਿ ਸਿਗਰਟ ਪੀਣ ਬਾਅਦ ਉਹਦੇ ਟੋਟੇ ਨੂੰ ਆਪਣੇ ਪੈਰ ਦੀ ਅੱਡੀ ਨਾਲ ਮਸਲ ਕੇ ਭਜਾਉਂਦਾ ਹੁੰਦਾ ਸੀ। ਫੇਰ? ਮੇਰੇ ਕਹਿਣ ਤੇ ਉਹਨੇ ਚਲਦੀ ਬੱਸ 'ਚੋਂ ਸਿਗਰਟ ਤਾਂ ਭਗਾ ਕੇ ਮਾਰੀ, ਪਰ ਬਾਹਰ ਸਿੱਟੀ ਸਿਗਰਟ ਉਹਨੂੰ ਮਹਿੰਗੀ ਬਹੁਤ ਪਈ। ਉਹ ਕਿਸ ਤਰ੍ਹਾਂ? ਬਾਹਰ ਖੂਹ ਚੱਲਦਾ ਸੀ, ਉਹਦੇ ਵਿੱਚ ਸਿਗਰਟ ਗਿਰ ਗਈ ਸੀ। ਫੇਰ ਕੀ ਅੱਡੀ ਨਾਲ ਭਜਾਉਣ ਗਿਆ ਸੀ, ਮੁੜ ਕੇ ਨਿਕਲੇ ਹੀ ਨਹੀਂ। ਚਾਚਾ ਜੀ ਮਜ਼ਾਕ ਨਾ ਮਜ਼ਾਕ ਰਿਹਾ, ਪਰ ਕੋਈ ਗੱਲ ਜ਼ਰੂਰ ਆ ਜਿਹੜੀ ਪੁਲਿਸ ਆਈ ਹੈ ਪਿੰਡ 'ਚ। ਮੈਨੂੰ ਲੱਗਦਾ ਹੈ ਪਿੰਡ 'ਚ ਕੋਈ ਵਾਕਾ ਜ਼ਰੂਰ ਹੋਇਆ। वाका हो गया, की वाका हो गया, की वाका हो गया, पुलिस
पुलिस चढ़ आई है लाला लाला होगी सारे मच गई दुहाई है की वाका हो गया की वाका हो गया पुलिस चढ़ आई है की वाका हो गया पुलिस चढ़ आई है पुलिस चढ़ आई है दीपे ने नाइया दी पठोरी खोल के ਵੇਚ ਦਿੱਤੀ ਡੋਡਿਆਂ ਦੇ ਭਾਅ ਨੂੰ ਤੋਲ ਕੇ ਓਏ ਗੁਰਦੀਪ ਸਿਆ ਕਿਉਂ ਚੰਦਨ ਵਰਗੀ ਦੇ ਨਸ਼ਿਆਂ 'ਚ ਰੋਲੀ ਆ ਓਏ 4 ਪੈਸੇ ਸਾਂਭ ਲਾ ਤੇਰੇ ਕੰਮ ਆਉਣਗੇ ਓ ਚਾਚਾ ਸਿਆ ਤੂੰ ਕਰੀ ਚੱਲ ਮਾਇਆ ਨਾਲ ਮੋਹ ਓ ਮੈਨੂੰ ਇੱਕ ਗੱਲ ਦੱਸ ਉੱਪਰ ਕੁਝ ਲੈ ਕੇ ਜਾਣਾ ਓਏ ਮੈਂ ਮੰਨਦਾ ਕਿ ਉੱਪਰ ਕੁਛ ਨਹੀਂ ਲੈ ਕੇ ਜਾਣਾ ਪਰ ਜਿੱਦਾਂ ਦੀਆਂ ਤੇਰੀਆਂ ਆਦਤਾਂ ਨੇ ਪੁੱਤ ਛੱਡ ਕੇ ਤਾਂ ਕੁਛ ਇੱਥੇ ਵੀ ਨਹੀਂ ਜਾਣਾ ਦੀਪੇ ਨੇ ਨਾਈਆਂ ਦੀ ਪਠੋਰੀ ਖੋਲ ਕੇ ਵੇਚ ਦਿੱਤੀ ਡੋਡਿਆਂ ਦੇ ਭਾਅ ਨੂੰ ਤੋਲ ਕੇ ਚੱਲਦੀ ਪੱਠੀ ਤੇ ਆ ਕੇ ਛਾਪੇ ਮਾਰ ਲੈ ਹੋਮ ਗਾੜੀਆਂ ਨੇ 2-2 ਪੈਗ ਚਾੜ ਲੈ ਉਹ ਚੂਕਣੇ 'ਚ ਡਾਂਗ ਬੜੇ ਜ਼ੋਰ ਦੀ ਟਕਾਈਏ ਕੀ ਵਾਕਾ ਹੋ ਗਿਆ ਕੀ ਵਾਕਾ ਹੋ ਗਿਆ पुलिस चढ़ आई है ਕੀ ਵਾਕਾ ਹੋ ਗਿਆ पुलिस चढ़ आई है पुलिस चढ़ आई है ਕਾਲੇ ਕੱਛੇ ਵਾਲੇ ਰਾਤੀ ਚੰਦ ਚਾੜ ਗਏ ਬਾਮਣਾ ਦੀ ਬੂਰੀ ਮੈਂ ਦਾ ਕੱਟਾ ਮਾਰ ਗਏ थानेदार साहब लुटे गए ਕੀ ਹੋ ਗਿਆ ਓਏ हमारे काले कच्चा वाले आए सोना ले गए चांदी ले गए पैसा ले गए ਓਏ ਤੂੰ ਕਿਉਂ ਰਾਟ ਪਾਇਆ ਓਏ ਓ ਜਨਾਬ ਲੁੱਟਿਆ ਤਾਂ ਮੈਂ ਗਿਆ ਗੱਲ ਸੁਣ ਉਹ ਤਾਂ ਤਾਰ ਆਉਂਦੇ ਆ ਉਹਨਾਂ ਦੇ ਕਾਲੇ ਕੱਛਿਆਂ ਵਾਲੇ ਆ ਗਏ ਤੂੰ ਕਿਉਂ ਰੋਨਾ ਓ ਜਨਾਬ ਮੈਂ ਤਾਰੋ ਨਾ ਸਾਡੇ ਕੱਚਿਓਂ ਬਗੈਰ ਆ ਗਏ ਕਾਲੇ ਕੱਛੇ ਵਾਲੇ ਰਾਤੀ ਚੰਦ ਚਾੜ ਗਏ ਬਾਮਣਾ ਦੀ ਬੂਰੀ ਮੈਂ ਦਾ ਕੱਟਾ ਮਾਰ ਗਏ ਸਾਰੀ ਕਰ ਤਾਰੋ ਦੀ ਪੰਜੀਰੀ ਛੱਕ ਗਏ ਟਹਿਲ ਸਿਉਂ ਦੀ ਮੰਜੀ ਸੀਵਿਆਂ 'ਚ ਰੱਖ ਗਏ ਡਰਦਾ ਨਾ ਸੋਵੇ ਪੰਨਾ ਲਾਲ ਹਲਵਾਈਏ ਕੀ ਵਾਕਾ ਹੋ ਗਿਆ ਕੀ ਵਾਕਾ ਹੋ ਗਿਆ पुलिस चढ़ आई है ਕੀ ਵਾਕਾ ਹੋ ਗਿਆ पुलिस चढ़ आई है पुलिस चढ़ आई है ਕੇਰੂ ਲੈ ਕੇ ਬੰਤੋਂ ਨੂੰ ਹਰਨ ਹੋ ਗਿਆ ਜਾਗਦੇ ਹੀ ਅੱਖਾਂ ਵਿੱਚ ਅੱਕ ਚੋ ਗਿਆ हाय हाय के बंतो निकल गई हाय के बंतो निकल गई ਵੇ ਕੇਰ ਸਿਆ ਬੰਦ ਤੋਂ ਨਿਕਲ ਗਈ ਚਾਚੀ ਮੈਂ ਨਹੀਂ ਮੰਨਦਾ ਵੇ ਟੁੱਟ ਪੈਣਿਆ ਤਾਸ਼ ਹੀ ਖੇਡੀ ਜਾਏਗਾ ਸਾਰਾ ਪਿੰਡ ਥੂ ਥੂ ਕਰਦਾ ਹੈ, ਬੰਦ ਤੋਂ ਨਿਕਲ ਗਈ ਓਏ ਚਾਚੀ ਮੈਂ ਨਹੀਂ ਮੰਨਦਾ ਵੇ ਤੂੰ ਕਿਉਂ ਨਹੀਂ ਮੰਨਦਾ ਓਏ ਮੈਂ ਤਾਂ ਉਦਣ ਮੰਨੂ ਜਿੱਦਣ ਸਾਡੇ ਨਾਲ ਨਿਕਲੂ ਹੱਥ ਤੇਰੇ ਫੜ ਜਾਣੇ ਦੇ ਕੇਰੂ ਲੈ ਕੇ ਬੰਤੋਂ ਨੂੰ ਹਰਨ ਹੋ ਗਿਆ ਜਾਗਦੇ ਹੀ ਅੱਖਾਂ ਵਿੱਚ ਅੱਕ ਚੋ ਗਿਆ ਥਾਣੇਦਾਰ ਮੂਰੇ ਪਿੱਟੀ ਜਾਵੇ ਚਤਰਾ ਮੋਟੇ ਮੋਟੇ ਹੰਝੂ ਸਿੱਟੀ ਜਾਵੇ ਚਤਰਾ ਉਹ ਛੇਤੀ ਛੇਤੀ ਭਾਲੋ ਔਖੀ ਚੱਲਣੀ ਜੁਦਾਈਏ ਕੀ ਵਾਕਾ ਹੋ ਗਿਆ ਸ਼ਰਮਾ ਜੀ ਹੁਣ ਮੌਸਮ 'ਚ ਫਰਕ ਪੈ ਗਿਆ ਅੱਗੇ ਨਾਲੋਂ ਨੀਲੂ ਪੱਖਾ ਬੰਦ ਕਰ ਦੇ ਓਏ ਚੱਲਣ ਦੇ ਤੇਰੀ ਕਿਹੜਾ ਤੂੜੀ ਉੜਦੀ ਆ ਬਸ ਚੁਬਮੀਆਂ ਗੱਲਾਂ ਕਰਨੋਂ ਨਾ ਹਟਿਓ ਓਏ ਭਤੀਜੇ ਚੁੰਡੀ ਵੱਢਣ ਦਾ ਸ਼ੌਂਕ ਹੋਵੇ ਨਾ ਫਿਰ ਵਢਾਉਣ ਦਾ ਵੀ ਜਿਗਰਾ ਰੱਖਣਾ ਚਾਹੀਦਾ ਨਾ ਮੈਂ ਕਿਹੜੀ ਚੁੰਡੀ ਵੱਡੀ ਆ ਭੁੱਲ ਗਿਆ ਏਡੀ ਜਲਦੀ ਹੁਣੇ ਤਾਂ ਮੈਨੂੰ ਵੱਡੇ ਖਾਨਦਾਨੀ ਬਦਮਾਸ਼ ਦੱਸਦਾ ਸੀ ਆਪਣੀਆਂ ਕੱਛ 'ਚ ਤੇ ਹੋਰਾਂ ਦੀਆਂ ਹੱਥ 'ਚ ਇਦਾਂ ਹੀ ਇੱਕ ਤੇਰੇ ਵਰਗਾ ਬੰਦਾ ਯਾਰਾਂ ਦੋਸਤਾਂ ਨੂੰ ਟਿਚਰਾਂ ਕਰਨੋਂ ਹੀ ਨਾ ਹਟਿਆ ਕਰੇ ਜਿਹੜਾ ਵੀ ਟੱਕਰਿਆ ਕਰੇ ਓਏ ਵਰਮਾ ਵਰਮੀ ਕਿੱਥੇ ਆ ਢਿੱਲੋਂ ਢਿੱਲੀ ਕਿੱਥੇ ਆ ਗਿੱਲ ਗਿੱਲੀ ਕਿੱਥੇ ਆ ਭੱਲਾ ਭੱਲੀ ਕਿੱਥੇ ਆ ਘਮਾਣ ਘਮਾਣੀ ਕਿੱਥੇ ਆ ਤੇ ਜਿੱਦਣ ਹੋਇਆ ਆਪ ਦਾ ਵਿਆਹ ਫਿਰ ਡੂਢ ਮਹੀਨਾ ਯਾਰਾਂ ਦੋਸਤਾਂ ਨੂੰ ਸ਼ਕਲ ਨਾ ਵਿਖਾਈ ਕਿਉਂ ਪਤਾ ਸੀ ਨਾ ਵੀ ਅਗਲੇ ਹੁਣ ਮੈਨੂੰ ਛੇੜਨਗੇ ਉਹ ਕਿਉਂ ਉਹਦਾ ਨਾਂ ਸੀ ਚੱਡਾ ਤੇ ਅਗਲੇ ਨੇ ਜਾਂਦਿਆਂ ਨੇ ਹੀ ਪੁੱਛਣਾ ਸੀ ਚੱਡਾ ਸੰਗ ਹੀ ਲਾਈ ਹੋਈ ਆ ਸੰਗ ਲਾਉਣ ਵਾਲੀ ਕਿਹੜੀ ਗੱਲ ਆ ਮੈਂ ਕੋਈ ਮਾੜੀ ਗੱਲ ਕੀਤੀ ਆ ਮਾੜੀ ਗੱਲ ਤਾਂ ਨਹੀਂ ਕੀਤੀ ਪਰ ਗੱਲਾਂ ਦੇ ਕੱਪੜੇ ਤਾਂ ਪਵਾ ਲਿਆ ਕਰੋ ਕਿਉਂ ਚੱਡੀ ਕੱਪੜਾ ਨਹੀਂ ਸ਼ਰਮਾ ਜੀ ਤੁਸੀਂ ਅਜੇ ਤੀਕਰ ਚਾਚਾ ਜੀ ਦੇ ਭੇਤੀ ਨਹੀਂ ਹੋਏ ਇਹਨਾਂ ਦਾ ਤਾਂ ਸੁਭਾਅ ਹੀ ਇਦਾਂ ਦਾ ਹੈ ਚਾਚਾ ਜੀ ਦਾ ਇਹਦੇ 'ਚ ਕੋਈ ਕਸੂਰ ਨਹੀਂ ਨਾਲੇ ਬੰਦਾ ਆਦਤ ਤੋਂ ਮਜਬੂਰ ਹੁੰਦਾ ਹੈ ਓਏ ਬੀਬਾ ਆਦਤ ਤੋਂ ਮਜਬੂਰ ਕੱਲਾ ਬੰਦਾ ਹੀ ਨਹੀਂ ਹੁੰਦਾ ਜਨਾਨੀਆਂ ਵੀ ਕਈ ਆਦਤ ਤੋਂ ਬਹੁਤ ਮਜਬੂਰ ਹੁੰਦੀਆਂ ਨੇ ਸਾਡੇ ਗੁਆਂਢ ਦੇ ਵਿੱਚ ਮਿਸਿਸ ਗੁਲਾਟੀ ਰਹਿੰਦੀ ਆ ਉਹਨੂੰ ਆਦਤ ਆ ਜਦੋਂ ਵੀ ਕਿਸੇ ਦਾ ਟੈਲੀਫੋਨ ਆਉਣਾ ਘੰਟੀ ਵੱਜਣੀ ਆ ਰਿਸੀਵਰ ਚੱਕਣਾ ਤੇ ਪਹਿਲਾ ਡਾਇਲਾਗ ਉਹਨੇ ਇਹ ਮਾਰਨਾ ਹੈਲੋ ਬੇਟੇ ਚਾਹੇ ਕਿਸੇ ਦਾ ਫੋਨ ਹੋਵੇ ਇੱਕ ਦਿਨ ਉਹਦੇ ਘਰ ਵਾਲੇ ਦਾ ਫੋਨ ਆ ਗਿਆ ਰਿਸੀਵਰ ਚੱਕਿਆ ਹੈਲੋ ਬੇਟੇ ਉਹ ਕਹਿੰਦਾ ਮੈਂ ਬੋਲਦਾ
ਬੋਲੋ ਬੇਟੇ। ਉਹ ਕਹਿੰਦਾ ਮੈਂ ਘਲਾਟੀ ਬੋਲਦਾ, ਸੌਰੀ ਬੇਟੇ। ਸੋ ਇਨਸਾਨ ਆਦਤ ਤੋਂ ਮਜਬੂਰ ਹੁੰਦਾ। ਚਾਚਾ ਜੀ ਕੋਈ ਬਾਤ ਦਾ ਬਤੰਗੜ ਬਣਾਉਣਾ ਸਿੱਖੇ ਤਾਂ ਥੋਤੋਂ ਸਿੱਖੇ। ਓਏ ਬੀਬਾ ਅਜੇ ਤਾਂ ਮੈਂ ਬਾਤ ਹੀ ਨਹੀਂ ਪਾਈ, ਤੂੰ ਪਹਿਲਾਂ ਹੀ ਬਤੰਗੜ ਤੇ ਪਹੁੰਚੀ ਫਿਰਦੀ ਆ। ਜੇ ਬਾਤ ਦੀ ਕਸਰ ਰਹਿੰਦੀ ਆ ਤਾਂ ਉਹ ਵੀ ਪਾ ਲਓ। ਪਾਵਾਂ ਫਿਰ? ਕੋਈ ਪੁੱਠੀ ਜੀ ਬਾਤ ਨਾ ਪਾਇਓ। ਬੁੱਝੇਗਾ? ਆਹੋ। ਲੈ ਫਿਰ ਬੁੱਝ। ਹਿੱਲਣਾ ਹਿਲਾਉਣਾ ਤੇ ਹਿਲਾ ਕੇ ਠੰਡ ਪਾਉਣਾ, ਆਖੇ ਮੇਰੀ ਮਾਂ ਨੂੰ ਮੈਨੂੰ ਹਿੱਲਣਾ ਪਛਾਣਾ। ਕੋਈ ਸਮਝ ਹੀ ਨਹੀਂ ਆਈ। ਜੇ ਬਾਤ ਜ਼ਿਆਦਾ ਹਿੱਲਦੀ ਆ ਥੋੜੀ ਟਿਕਾ ਕੇ ਪਾਵਾਂ? ਪਾਇਓ ਟਿਕਾ ਕੇ, ਨਾਲ ਥੋੜੀ ਪਰਚੀ ਭੇਜ ਦਿਓ। ਲੈ ਸੁਣ ਫਿਰ। ਸਹੁਰਿਆਂ ਤੋਂ ਧੀ ਨੇ ਆਪਣੀ ਮਾਂ ਨੂੰ ਪੇਕੇ ਕਿਸੇ ਦੇ ਹੱਥ ਸੁਨੇਹਾ ਭੇਜਿਆ ਕਿ ਹਿੱਲਣਾ ਹਿਲਾਣਾ ਤੇ ਹਿਲਾ ਕੇ ਠੰਡ ਪਾਉਣਾ, ਆਖੀ ਮੇਰੀ ਮਾਂ ਨੂੰ ਮੈਨੂੰ ਹਿੱਲਣਾ ਪਛਾਣਾ। ਚਾਚਾ ਹਾਰ ਗਿਆ, ਸਮਝ ਨਹੀਂ ਆਈ। ਮਾਂ ਨੂੰ ਸਮਝ ਆ ਗਈ ਕਿ ਹੁਣ ਗਰਮੀ ਜ਼ਿਆਦਾ ਤੇ ਧੀ ਨੇ ਪੱਖੀ ਮੰਗਾਈ ਆ, ਤੇ ਤੈਨੂੰ ਪੜਾਕੂ ਨੂੰ ਸਮਝ ਨਹੀਂ ਆਈ। ਹਾਰ ਗਿਆ ਪੋਰਸ ਦੀ ਔਲਾਦ। ਚਾਚਾ ਜੀ ਹੁਣ ਮੈਨੂੰ ਪੁੱਛੋ ਤੁਸੀਂ। ਚੱਲ ਤੂੰ ਜ਼ੋਰ ਲਾ ਲਾ। ਆਰ ਦੀਆਂ ਦੋ ਪਾਰ ਦੀਆਂ ਦੋ ਰੰਨਾਂ ਸ਼ਾਹੂਕਾਰ ਦੀਆਂ, ਸਾਰਾ ਪਿੰਡ ਸੁੱਤਾ ਪਿਆ, ਕੜਕੱਲੋ ਹੁਣੀ ਜਾਗਦੀਆਂ। ਆਰ ਦੀਆਂ ਦੋ ਪਾਰ ਦੀਆਂ ਦੋ ਰੰਨਾਂ ਸ਼ਾਹੂਕਾਰ ਦੀਆਂ, ਸਾਰਾ ਪਿੰਡ ਸੁੱਤਾ ਪਿਆ। ਕੜਕੱਲੋ ਹੁਣੀ ਜਾਗਦੀਆਂ। ਚਾਚਾ ਜੀ ਇਹ ਚੀਜ਼ ਮੈਂ ਵੇਖੀ ਹੋਈ ਹੈ। ਓਏ ਤੂੰ ਵੇਖਣ ਦੀ ਗੱਲ ਕਰਦੀ ਆ ਬੀਬਾ, ਤੇਰੇ ਕੋਲ ਤਾਂ ਚੀਜ਼ਾਂ ਦਾ ਭੰਡਾਰ ਆ। ਇਹ ਕਿਹੜੀਆਂ ਚੀਜ਼ਾਂ ਜੋ ਮੇਰੇ ਕੋਲ ਬਹੁਤ ਨੇ? ਜੂਆਂ ਮੈਂ ਚੱਲੀ। ਕਢਾਉਣ। ਓਏ ਚੱਲੀਏ, ਹੁਣ ਤਾਂ ਬੈਠੀ ਤੇਰੇ ਘਰੇ ਆ, ਰੁੱਸ ਕੇ ਜਾਏਂਗੀ ਕਿੱਥੇ? ਇਸ ਕਮਰੇ 'ਚ ਨਹੀਂ ਬੈਠੇਂਗੀ, ਪਰਲੇ ਕਮਰੇ 'ਚ ਜਾ ਕੇ ਬਹਿ ਜਾਏਂਗੀ। ਚਾਚਾ ਜੀ ਜੇ ਇਦਾਂ ਦੀਆਂ ਗੱਲਾਂ ਕਰੋਗੇ ਤਾਂ ਅਸੀਂ ਰੁੱਸ ਕੇ ਜਾਵਾਂਗੇ ਹੀ। ਬਈ ਮਰਜ਼ੀ ਆ, ਜੇ ਜਾਣਾ ਜਾਓ, ਪਰ ਫੁੰਮਣ ਸਿੰਘ ਵਾਲੀ ਗੱਲ ਰਹਿ ਜਾਣੀ ਆ ਵਿੱਚੇ ਹੀ। ਜਨਾਬ ਛਨਕਾਟਾ 98 ਚ ਫੁੰਮਣ ਸਿੰਘ ਵਾਲੀ ਗੱਲ ਨੇ ਸਾਨੂੰ ਬਥੇਰਾ ਬੁੱਧੂ ਬਣਾ ਲਿਆ। ਹੁਣ ਅਸੀਂ ਤੁਹਾਡੀਆਂ ਗੱਲਾਂ ਚ ਆਉਣ ਵਾਲੇ ਨਹੀਂ। ਜੇ ਭਲਾ ਅੱਜ ਮੈਂ ਤੁਹਾਨੂੰ ਫੁੰਮਣ ਸਿੰਘ ਵਾਲੀ ਗੱਲ ਸੁਣਾ ਦਿਆਂ ਫੇਰ ਸੱਚੀ ਆ ਗਏ ਨਾ ਗੱਲਾਂ 'ਚ। ਚੱਲ ਨੀਲੂ ਉੱਠੀਏ। ਬਈ ਤੁਹਾਨੂੰ ਉੱਠਣਾ ਹੀ ਪੈਣਾ, ਕਿਉਂਕਿ ਤੁਹਾਡੀ ਕਿਸਮਤ ਇਦਾਂ ਦੀ ਆ। ਜੇ ਫੁੰਮਣ ਸਿੰਘ ਵਾਲੀ ਗੱਲ ਸੁਣਨੀ ਆ ਨਾ ਤਾਂ ਪਾਸਾ ਬਦਲਣਾ ਪੈਣਾ। ਸ਼ਰਮਾ ਜੀ ਤੁਸੀਂ ਇੱਧਰ ਆ ਜਾਓ ਤੇ ਮੈਂ ਉੱਧਰ ਚਲੀ ਜਾਂਦੀ ਹਾਂ। ਫੜੇ ਮੂੰਹ। ਓਏ ਤੁਹਾਨੂੰ ਆਪਣਾ ਪਾਸਾ ਨਹੀਂ, ਕੈਸਟ ਦਾ ਪਾਸਾ ਬਦਲਣਾ ਪੈਣਾ, ਯਾਨੀ ਕਿ ਇਹ ਸਾਈਡ ਬਦਲੋ। ਪਾਸਾ ਬਦਲਣ ਦੀ ਲੋੜ ਨਹੀਂ। ਕਿਉਂ? ਆਟੋ ਰਿਵਰਸ ਆ। ਕੀ ਮਤਲਬ? ਯਾਨੀ ਕਿ ਆਪਣੇ ਆਪ ਹੀ ਪਾਸਾ ਬਦਲਿਆ ਜਾਂਦਾ ਹੈ। ਚੰਗਾ ਫਿਰ ਫੁੰਮਣ ਸਿੰਘ ਵਾਲੀ ਗੱਲ ਵੀ ਆਪਣੇ ਆਪ ਹੀ ਸਮਝ ਲਿਓ। ਚਾਚਾ ਬਾਲੇ, ਓ ਬਾਲੇ, ਨਾ ਚੁੱਪ ਕਰੀ ਬੈਠਾ, ਕੁੜੀ ਦੱਬ ਕੇ ਆਇਆ। ਹਾਂ ਦੱਸ। ਆ ਨੀਲੂ ਕਿ ਉੱਠ ਕੇ ਚਲੀ ਗਈ? ਤੁਹਾਡੇ ਫੁੰਮਣ ਸਤ ਦੁਖੀ ਹੋ ਕੇ ਉੱਠ ਗਈ। ਹਾਏ ਓਏ, ਫੁੰਮਣ ਕੀ ਯਾਦ ਕਰਾ ਬੈਠਾ, ਚੁੱਪ ਕਰਕੇ ਕੋਲ ਦੀ ਲੰਘ ਗਏ ਨੇ। ਉਹ ਮੇਰੀ ਸੋਚਾਂ ਦੇ ਵਿੱਚ ਜਾਣ ਗਈ, ਖੋਰੇ ਰੁੱਸ ਗਏ ਨੇ, ਖੋਰੇ ਸੰਗ ਗਏ ਨੇ। ਵਾਹ ਵਾਹ ਵਾਹ। ਨਾ ਕੀ ਵਾਵਾ ਲਾਈ ਹੈ ਸ਼ਰਮਾ ਜੀ, ਤੁਸੀਂ ਵੀ ਇਹਨਾਂ ਨਾਲ ਰਲ ਗਏ। ਇਹਨਾਂ ਨੇ ਤਾਂ ਪਹਿਲਾਂ ਹੀ ਸ਼ਰਮ ਲਾਈ ਹੋਈ ਹੈ। ਫੇਰ ਮੁੜਿਆ ਈ। ਕੁਝ ਬੋਲਣ ਤੋਂ ਪਹਿਲਾਂ ਨਾ ਸੋਚ ਲਿਆ ਕਰੋ। ਮੈਂ ਤੁਹਾਡੀ ਧੀ ਲੱਗਦੀ ਆ, ਧੀ। ਬੀਬਾ ਤੂੰ ਜੋ ਮਰਜ਼ੀ ਰਿਸ਼ਤਾ ਬਣਾਈ ਚੱਲ, ਨੀਤਾਂ ਦੇ ਭੇਤ ਤਾਂ ਰੱਬ ਜਾਣਦਾ। ਕੀ ਕਿਹਾ? ਕਹਿਣਾ ਕੀ ਆ, ਮੈਂ ਤਾਂ ਜਗਤ ਚਾਚਾ। ਜੇ ਸਾਰੀਆਂ ਹੀ ਧੀਆਂ ਬਣਾ ਲੀਆਂ ਫਿਰ ਮੁੰਡੇ ਕਿੱਥੇ ਵਿਆਹੁਣੇ ਆ? ਚਲੋ ਸਕੀ ਧੀ ਨਾ ਸਹੀ, ਧੀਆਂ ਵਰਗੀ ਤੇ ਹਾਂ। ਹਾਂ ਵਰਗੀ ਕਹਿ ਲਾ, ਵਰਗੀ 'ਚ ਆਪਾਂ ਨੂੰ ਕੋਈ ਇਤਰਾਜ਼ ਨਹੀਂ। ਕਿਉਂ ਵਰਗੇ 'ਚ ਇਤਰਾਜ਼ ਕਿਉਂ ਨਹੀਂ? ਓਏ ਮੂਰਖਾ, ਵਰਗੀ ਵਿੱਚੇ ਤਾਂ ਮਾਰਜਨ ਹੁੰਦਾ। ਚਾਚਾ ਤੂੰ ਨਹੀਂ ਸੁਧਰ ਸਕਦਾ। ਲੱਗਦਾ ਫੇਰ ਕੋਈ ਡੂੰਗੀ ਗੱਲ ਕਰ ਗਏ। ਬਾਬਾ ਤੁਹਾਡੇ ਨਾਲ ਤਾਂ ਅੱਗੇ ਤੋਂ ਮੈਂ ਸੋਚ ਸਮਝ ਕੇ ਗੱਲ ਕਰਿਆ ਕਰੂੰ। ਇੱਕ ਵਾਰੀ ਵਿਆਹ ਦੇ ਨਵੇਂ ਚਾਚ ਜੱਟੀ 15 ਮੁਰੱਬਿਆਂ ਵਾਲੀ ਭੱਤਾ ਲੈ ਕੇ ਖੇਤ ਨੂੰ ਚੱਲੀ। ਵੱਟ ਗਿੱਲੀ ਸੀ, ਪੈਰ ਤਿਲਕਿਆ, ਆਉ ਗਈ। ਭੱਤਾ ਕਿਤੇ, ਆਪ ਕਿਤੇ, ਰੋਟੀ ਕਿਤੇ, ਲੱਸੀ ਕਿਤੇ। ਨਾਲ ਦੇ ਖੇਤ 'ਚ ਜੱਟ ਮੱਕੀ ਗੁੱਡਦੇ ਵੇਖ ਕੇ ਹੱਸ ਪਏ। ਉਹ ਵਿਚਾਰੀ ਕੱਚੀ ਜੀ ਹੋਈ, ਨਾਲੇ ਭੱਤਾ ਇਕੱਠਾ ਕਰੀ ਜਾਵੇ ਤੇ ਨਾਲੇ ਜੱਟਾਂ ਨੂੰ ਪੁੱਛੇ, ਆ ਵੀਰਾ ਫਲਾਨਾ ਸੀ ਉਹਦੇ ਖੇਤ ਨੂੰ ਜਾਣਾ, ਕਿਹੜੀ ਵੱਟੇ ਜਾਵਾਂ? ਫਿਰ ਕੀ ਕਹਿੰਦੇ? ਉਹ ਕਹਿੰਦਾ ਬੀਬੀ ਇਹ ਪੁੱਛਣਾ ਸੀ ਪਹਿਲਾਂ ਪੁੱਛਦੀ, ਪੱਤਾ ਬਣਾਉਣਾ ਸੀ ਬਣਾ ਲਿਆ, ਹੁਣ ਤਾਂ ਜਿਹੜੀ ਮਰਜ਼ੀ ਵੱਟੋ ਵੱਟ ਹੋਈ ਫਿਰ। ਸੋ ਇਹ ਗੱਲ ਬੀਬਾ ਤੂੰ ਕਹਿਣ ਤੋਂ ਪਹਿਲਾਂ ਸੋਚਣੀ ਸੀ ਕਿ ਧੀ ਤੇ ਧੀ ਵਰਗੀ 'ਚ ਫਰਕ ਕੀ ਹੁੰਦਾ। ਮੈਨੂੰ ਤੁਹਾਡੀ ਕੋਈ ਗੱਲ ਨਹੀਂ ਸਮਝ ਪੈਂਦੀ। ਲੱਗਦਾ ਮੈਨੂੰ ਪਾਗਲ ਕਰ ਦਿਓਗੇ। ਅਜੇ ਤੈਨੂੰ ਪਾਗਲ ਕਰਨ ਦੀ ਲੋੜ ਹੈ? ਓਏ ਬੀਬਾ ਜਿਹਨੇ ਸਮਝਣਾ ਹੁੰਦਾ ਫੱਟ ਸਮਝ ਜਾਂਦੇ ਆ। ਇਦਾਂ ਹੀ ਇੱਕ ਸੌਦਾਗਰ ਸਫ਼ਰ ਤੇ ਚੱਲਿਆ। ਜਦੋਂ ਡਿਊਟੀ ਵਿੱਚ ਦੀ ਨਿਕਲਣ ਲੱਗਿਆ ਤਾਂ ਉਹਦੇ ਪਿੰਜਰੇ ਵਾਲੇ ਤੋਤੇ ਨੇ ਪੁੱਛਿਆ ਕਿ ਆਕਾ ਕਿੱਥੇ ਚੱਲਿਆ? ਉਹ ਕਹਿੰਦਾ ਵੀ ਮੈਂ ਸਫ਼ਰ ਤੇ ਚੱਲਿਆ, ਬੋਲ ਤੇਰੇ ਲਈ ਕੀ ਲੈ ਕੇ ਆਵਾਂ? ਫਿਰ ਤੋਤਾ ਕੀ ਕਹਿੰਦਾ? ਉਹ ਕਹਿੰਦਾ ਮੇਰਾ ਸਲਾਮ ਕਹੀਓ ਅਗਰ ਨਾਮਵਰ ਮਿਲੇ, ਵੀ ਜੇ ਕਿਧਰੇ ਮੇਰੇ ਸਾਥੀ ਸੰਗੀ ਬੈਠੇ ਮਿਲਣ ਤਾਂ ਮੇਰਾ ਸਲਾਮ ਆਖ ਦਿਓ। ਸੌਦਾਗਰ ਆਪਣੇ ਸਾਰੇ ਕੰਮ ਨਿਬੇੜ ਕੇ ਜਦੋਂ ਜੰਗਲ ਵਿੱਚ ਦੀ ਵਾਪਸ ਆਉਣ ਲੱਗਿਆ ਤਾਂ ਕੀ ਵੇਖਦਾ, ਬੋਰਡ ਤੇ ਬੇਸ਼ੁਮਾਰ ਤੋਤੇ ਬੈਠੇ ਆ। ਫਿਰ ਉਹਨੇ ਸੁਨੇਹਾ ਦੇ ਦਿੱਤਾ। ਬਿਲਕੁਲ। ਉਹ ਕਹਿੰਦਾ ਵੀ ਤੁਹਾਡਾ ਇੱਕ ਅਜ਼ੀਜ਼ ਸਾਥੀ ਮੇਰੇ ਕੋਲ ਪਿੰਜਰੇ 'ਚ ਬੰਦਾ, ਉਹਨੇ ਤੁਹਾਡੇ ਲਈ ਸਲਾਮ ਘੱਲਿਆ। ਸਾਰੇ ਤੋਤੇ ਖੁਸ਼। ਸੌਦਾਗਰ ਕਹਿੰਦਾ ਮੈਂ ਹੁਣ ਵਾਪਸ ਘਰੇ ਚੱਲਿਆ, ਜੇ ਤੁਸੀਂ ਵੀ ਉਹਦੇ ਲਈ ਕੋਈ ਸੁਨੇਹਾ ਘੱਲਣਾ ਤਾਂ ਘੱਲ ਦਿਓ। ਫਿਰ ਬਸ ਇੰਨੀ ਗੱਲ ਸੁਣਦੇ ਸਾਰ ਹੀ ਸਾਰੇ ਤੋਤੇ ਟੀ ਟੀ ਕਰਕੇ ਉੱਡ ਗਏ।
ਤੇ ਇੱਕ ਬੁੱਢੜਾ ਜਿਹਾ ਤੋਤਾ ਕੰਬ ਕੰਬ ਕੇ ਫੜ ਕਰਕੇ ਉੱਪਰਲੀ ਟਾਹਣੀ ਤੋਂ ਪੜਾਕ ਦੇਣੀ ਥੱਲੇ ਆ ਕੇ ਗਿਰ ਗਿਆ। ਜਦੋਂ ਸੁਦਾਗਰ ਘਰੇ ਆਇਆ ਤਾਂ ਤੋਤੇ ਨੇ ਪੁੱਛਿਆ, ਆਕਾ ਮੇਰਾ ਸੁਨੇਹਾ ਕਿਤੇ ਪੜਾਇਆ? ਉਹ ਕਹਿੰਦਾ ਵੀ ਮੈਂ ਤੇਰਾ ਪੈਗਾਮ ਤਾਂ ਪਹੁੰਚਾਤਾ, ਪਰ ਜਦੋਂ ਮੈਂ ਤੇਰੇ ਲਈ ਸੁਨੇਹਾ ਮੰਗਿਆ ਯਾਰ ਮੈਂ ਦੱਸਣਾ ਨਹੀਂ ਚਾਹੁੰਦਾ, ਮੈਨੂੰ ਬੜਾ ਅਫਸੋਸ ਆ, ਰੱਬ ਜਾਣਦਾ ਪਤਾ ਨਹੀਂ ਤੇਰਾ ਪਿਓ ਸੀ, ਦਾਦਾ ਸੀ, ਪੜਦਾਦਾ ਸੀ, ਭਰਾ ਸੀ ਜਾਂ ਕੌਣ ਸੀ, ਉਹ ਉੱਪਰਲੀ ਟਾਹਣੀ ਤੋਂ ਪੜਾਕ ਦੇਣੀ ਆ ਕੇ ਥੱਲੇ ਗਿਰ ਗਿਆ। ਫੇਰ ਇੰਨੀ ਗੱਲ ਸੁਣਦੇ ਸਾਰੀ ਤੋਤੇ ਨੇ ਵੀ ਇੱਕ ਲੰਮੀ ਸਾਰੀ ਚੀਕ ਮਾਰੀ ਤੇ ਕੰਬ ਕੇ ਫੜ ਕਰਕੇ ਉਹ ਵੀ ਵਿਚਾਰਾ ਪਿੰਜਰੇ ਦੇ ਵਿੱਚ ਗਿਰ ਗਿਆ। ਸੁਦਾਗਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਸੁਨੇਹਾ ਕਾਹਦਾ ਲਿਆ ਤਾਂ ਸਾਲਾ ਜ਼ਿਆਪਾ ਹੀ ਖੜਾ ਕਰਤਾ, ਲੱਖਾਂ ਦਾ ਤੋਤਾ ਹੀ ਗਵਾ ਲਿਆ। ਜਿਉਂ ਹੀ ਉਹਨੇ ਤੋਤੇ ਨੂੰ ਪਿੰਜਰੇ ਚੋਂ ਕੱਢ ਕੇ ਬਾਹਰ ਸੁੱਟਿਆ ਤਾਂ ਤੋਤੇ ਨੇ ਮਾਰੀ ਉਡਾਰੀ ਤੇ ਆ ਗਿਆ। ਸੁਦਾਗਰ ਬਾਅਦ ਚ ਪਿੱਟੇ, ਓਏ ਭਲਿਆ ਮਾਨਸਾ ਤੂੰ ਮੇਰੇ ਨਾਲ ਆ ਕੀ ਕੀਤਾ? ਮੈਂ ਤੈਨੂੰ ਕਦੇ ਮਾੜਾ ਚੰਗਾ ਕਿਹਾ ਸੀ? ਉਹ ਕਹਿੰਦਾ ਬੇਵਕੂਫਾ ਤੈਨੂੰ ਸਮਝ ਨਹੀਂ ਆਈ ਨਾ ਸਹੀ, ਅਸਲ ਵਿੱਚ ਇਹੀ ਤਾਂ ਸੁਨੇਹਾ ਸੀ। ਸੋ ਬੀਬਾ ਜੀ ਮੇਰੇ ਕਹਿਣ ਦਾ ਮਤਲਬ ਇੰਨਾ ਕਿ ਆ ਕਿ ਅਕਲ ਦੀਆਂ ਕਿਸੇ ਨੇ ਪੰਡਾਂ ਨਹੀਂ ਬੰਨਣੀਆਂ ਹੁੰਦੀਆਂ, ਬੰਦੇ ਨੂੰ ਹਰ ਸਬਕ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਹਾਸਲ ਕਰਦੇ ਰਹਿਣਾ ਚਾਹੀਦਾ। ਚਾਚਾ ਜੀ ਜਦੋਂ ਸਾਡੀ ਉਮਰ ਤੁਹਾਡੇ ਜਿੱਡੀ ਹੋਗੀ ਨਾ, ਸਾਨੂੰ ਵੀ ਬਥੇਰਾ ਤਜਰਬਾ ਆਜੂ। ਫਿਰ ਕੀ ਫਾਇਦਾ, ਜਦੋਂ ਜ਼ਿੰਦਗੀ ਦਾ ਅਸਲੀ ਪਤਾ ਲੱਗਣਾ ਉਸ ਵੇਲੇ ਅੱਧੀ ਉਮਰ ਖਰਚ ਹੋਈ ਹੋਣੀ ਆ। ਕਹਿੰਦੇ ਆ ਜਦੋਂ ਖਾਣ ਦਾ ਸਵਾਦ ਆਉਂਦਾ ਦੰਦ ਚਲੇ ਜਾਂਦੇ ਆ, ਵੇਖਣ ਦਾ ਸਵਾਦ ਆਉਂਦਾ ਅੱਖਾਂ ਚਲੇ ਜਾਂਦੀਆਂ, ਤੇ ਰਹਿਣ ਦਾ ਸਵਾਦ ਆਉਂਦਾ ਤਾਂ ਬੰਦਾ ਚਲੇ ਜਾਂਦਾ। ਚਾਚਾ ਜੀ ਇਦੋਂ ਪਹਿਲਾਂ ਤੁਸੀਂ ਚਲੇ ਜਾਓ, ਫੁੰਮਣ ਸਾਲੀ ਗੱਲ ਨਿਬੇੜ ਜਾਓ। ਕੁੜੀਏ ਤੂੰ ਕਿਸੇ ਸਿਆਣੇ ਨੂੰ ਦਿਖਾ, ਕਿਉਂ? ਐਵੇਂ ਤੇਰਾ ਹਾਸਾ ਨਿਕਲ ਜਾਂਦਾ। ਨਾ ਮੈਂ ਕਿੱਥੇ ਜਾਣਾ ਹੋਵੇ ਦੱਸੀ ਤਾਂ ਮੈਨੂੰ। ਕਿੰਨਾ ਮੋਹ ਹੈ ਜ਼ਿੰਦਗੀ ਨਾਲ। ਓਏ ਕੁੜੀਏ ਹੁਣ ਰੰਨ ਦਾ ਮੋਹ ਨਹੀਂ ਤੇ ਧਨ ਦਾ ਮੋਹ ਨਹੀਂ, ਦੁੱਧ ਦਾ ਮੋਹ ਨਹੀਂ ਤੇ ਪੁੱਤ ਦਾ ਮੋਹ ਨਹੀਂ। ਤੇ ਕੁੜੀ ਦਾ? ਕਮਲੀਏ ਤੇਤੋਂ ਕਦੇ ਭੱਜੇ ਆ? ਚਾਚਾ ਕੀ ਬੋਲੀ ਜਾਨਾ? ਉਹ ਬੋਲਣਾ ਕੀ ਆ ਯਾਰ, ਮੇਰੇ ਕਹਿਣ ਦਾ ਮਤਲਬ ਜਦੋਂ ਦੁਨਿਆਵੀ ਕਦਰਾਂ ਕੀਮਤਾਂ ਨਾਲ ਮੋਹ ਨਹੀਂ ਰਿਹਾ ਤਾਂ ਹੁਣ ਜ਼ਿੰਦਗੀ ਨਾਲ ਵੀ ਨਾ ਕਰੀਏ। ਚਾਚਾ ਜੀ ਉਹ ਤਾਂ ਤੁਹਾਡੀ ਗੱਲ ਠੀਕ ਹੈ, ਪਰ ਉਸ ਚੀਜ਼ ਨਾਲ ਕਾਹਦਾ ਮੋਹ ਜਿਹੜੀ ਪਲ ਦੋ ਪਲ ਦੀ ਪ੍ਰਾਹੁਣੀ ਹੈ? ਨਾ ਕੀ ਗੱਲ ਤੂੰ ਕਿਤੇ ਚੱਲੀ ਆ? ਓਹੋ ਮੈਂ ਆਪਣੀ ਗੱਲ ਨਹੀਂ ਕਰ ਰਹੀ, ਮੈਂ ਤਾਂ ਉਸ ਜ਼ਿੰਦਗੀ ਦੀ ਗੱਲ ਕਰ ਰਹੀ ਹਾਂ ਜਿਹੜੀ ਘੜੀ ਤੋਂ ਘੜੀ ਦੀ ਪ੍ਰਾਹੁਣੀ ਹੈ। ਛਾਉਣੀ ਪਾ ਕੇ ਇੱਥੇ ਕਿੰਨੇ ਬੈਠੇ ਰਹਿਣਾ? ਨਾਲੇ ਸਿਆਣੇ ਕਹਿੰਦੇ ਆ ਬੰਦੇ ਦਾ ਦੁਨੀਆ ਨਾਲ ਇੰਨਾ ਕੁ ਰਿਸ਼ਤਾ ਹੁੰਦਾ ਜਿੰਨਾ ਗੱਡੀ ਦਾ ਪਲੇਟਫਾਰਮ ਨਾਲ। 2 ਘੜੀਆਂ ਰੁਕੀ ਫਿਰ ਆ ਗਈ। ਪਰ ਭਤੀ ਤੈਨੂੰ ਇਹ ਨਹੀਂ ਪਤਾ ਕਿ ਚਾਚਾ ਤਾਂ ਉਹ ਮਾਲ ਗੱਡੀ ਆ ਜਿਹੜੀ ਇੱਕ ਵਾਰੀ ਲੂਪ ਲਾਈਨ ਤੇ ਆ ਕੇ ਖੜ ਗਈ ਸੋ ਖੜ ਗਈ। ਫੇਰ ਤਾਂ ਤੇਰੇ ਵਰਗੀਆਂ ਕਈ ਸੁਪਰ ਫਾਸਟਾਂ ਫਲਾਈਂਗਾਂ ਸਟਾਫ ਦੀਆਂ ਅੱਗੇ ਨਿਕਲਦੀਆਂ ਰਹਿੰਦੀਆਂ ਨੇ, ਚਤਰ ਸਿਉਂ ਤਾਂ ਫਿਰ ਬਾਅਦ ਚ ਮੜਕਣ ਵਾਲੀ ਜਾਂਦਾ। ਰੱਬ ਕਰੇ ਮੜਕ ਤੁਹਾਡੀ ਏਦਾਂ ਹੀ ਕਾਇਮ ਰਹੇ। ਓਏ ਖੁਸ਼ ਕੀਤਾ ਈ ਅੱਲਾ। ਫਿਰ ਕੀ ਯਾਦ ਕਰੋਗੇ? ਅੱਜ ਮੈਂ ਤੁਹਾਨੂੰ ਫੁੰਮਣ ਸੇ ਵਾਲੀ ਗੱਲ ਸੁਣਾਉਣ ਲੱਗਿਆ। ਸੁਣਾਓ। ਇਹ ਗੱਲ ਅੱਜ ਤੋਂ 30-35 ਵਰੇ ਪਹਿਲਾਂ ਤਾਇਆ ਫੁੰਮਣ ਸਿਉਂ ਤੇ ਤਾਈ ਧਨੋ ਦੇ ਪਰਿਵਾਰ ਦੀ ਹੈ। ਇੱਥੇ ਤੱਕ ਸੁਣੀ ਹੋਈ ਹੈ, ਗਾਹਾਂ ਵਧੋ। ਨੀਲੂ ਇਹ ਕਿੰਨਾ ਚਿਰ ਹੋ ਗਿਆ ਬੈਠਿਆਂ ਨੂੰ ਤੇਰੇ ਘਰੇ, ਤੂੰ ਚਾਹ ਪੁੱਛੀਏ ਨਹੀਂ? ਮੈਂ ਨਹੀਂ ਪੁੱਛਣੀ। ਖੈਰ ਮੈਂ ਦੱਸ ਰਿਹਾ ਸੀ ਕਿ ਇੱਕ ਪਿੰਡ ਵਿੱਚ ਇੱਕੋ ਸ਼ਰੀਕੇ ਦੇ 2 ਪਰਿਵਾਰ ਕਿਸੇ ਗੱਲੋਂ ਆਪਸ ਵਿੱਚ ਗੁੱਸੇ ਰਾਜੀ ਸੀ। ਅੱਛਾ। ਦੋਹਾਂ ਘਰਾਂ ਦੇ ਸਾਂਝੇ ਪ੍ਰਾਹੁਣੇ ਇੱਕ ਦੀ ਕੁੜੀ ਦੇ ਵਿਆਹ ਤੇ ਆ ਕੇ ਪੁੱਛਣ ਲੱਗੇ ਕਿ ਤਾਇਆ ਫੁੰਮਣ ਸਿਉਂ ਨਹੀਂ ਦਿੰਦਾ। ਭਤੀਜੇ ਕਹਿੰਦੇ ਵੀ ਨਾ ਤਾਂ ਅਸੀਂ ਤਾਏ ਨੂੰ ਸੱਦਿਆ ਤੇ ਨਾ ਹੀ ਤਾਇਆ ਆਇਆ। ਉਹ ਕਹਿੰਦੇ ਆਉਂਦਾ ਕਿਵੇਂ ਨਹੀਂ, ਅਸੀਂ ਲਿਆਉਣੇ ਆ ਮਨਾ ਕੇ। ਉਹ ਜਾ ਕੇ ਕਹਿੰਦੇ ਫੁੰਮਣ ਸਿਆਂ ਆ ਦਿਨ ਸੁੱਧ ਨੂੰ ਇਹ ਗੁੱਸੇ ਗਿਲੇ ਦੂਰ ਹੁੰਦੇ ਆ, ਹੁਣ ਤੂੰ ਭੁੱਲ ਜਾ ਪੁਰਾਣੀਆਂ ਗੱਲਾਂ ਨੂੰ। ਵੇਖ ਭਤੀਜੀ ਤੇਰੀ ਪਿਓ ਵਾਰੀ ਆ, ਤੂੰ ਘਰ ਵਿੱਚ ਸਭ ਤੋਂ ਸਿਆਣਾ, ਚੱਲ ਕੇ ਸਾਰੇ ਕਾਰ ਵਿਹਾਰ ਆਪਣੇ ਹੱਥੀ ਕਰ। ਬਾਕੀ ਵੇਖ ਲੈ ਬਾਈ, ਜੇ ਤੂੰ ਨਹੀਂ ਜਾਏਗਾ ਫਿਰ ਅਸੀਂ ਵੀ ਨਹੀਂ ਜਾਂਦੇ। ਫੇਰ ਲਓ ਜੀ ਯੱਕਾਂ ਤੱਕਾਂ ਕਰਦਿਆਂ ਨੂੰ ਪ੍ਰਾਹੁਣੇ ਫੁੰਮਣ ਸਿਉਂ ਨੂੰ ਮੱਲੋ ਜੋਰੀ ਤਾਣਾ ਬੁਣਦੇ ਨੂੰ ਖੱਡੀ ਦੇ ਵਿੱਚੋਂ ਬਾਹ ਤੋਂ ਫੜ ਕੇ ਧੱਕੇ ਨਾਲ ਆਪਣੇ ਨਾਲ ਲੈ ਆਇਆ ਤੇ ਉਹਨੂੰ ਵਿਚਾਰੇ ਨੂੰ ਘਰੇ ਜਾ ਕੇ ਟੱਬਰ ਨਾਲ ਸਲਾਹ ਮਸ਼ਵਰਾ ਕਰਨ ਤੇ ਪੁੱਛਣ ਗਿੱਛਣ ਦਾ ਟਾਈਮ ਵੀ ਨਹੀਂ ਦਿੱਤਾ। ਚਾਚਾ ਫੇਰ? ਇੱਧਰ ਵਿਆਹ ਵਾਲਿਆਂ ਨੂੰ ਚਾਅ ਚੜ ਗਿਆ ਕਿ ਹੁਣ ਸਾਨੂੰ ਕੋਈ ਚਿੰਤਾ ਨਹੀਂ, ਸਿਆਣਾ ਆ ਗਿਆ, ਜਿਵੇਂ ਦੱਸੂਗਾ ਉਸੇ ਤਰ੍ਹਾਂ ਕਰੀ ਜਾਵਾਂਗੇ। ਅੱਛਾ। ਭਤੀਜੇ ਆ ਕੇ ਤਾਏ ਨੂੰ ਦੱਸਦੇ ਆ ਕਿ ਤਾਇਆ ਪਾਣੀ ਧਾਣੀ ਤਾਂ ਜਨੇਤ ਨੂੰ ਅਸੀਂ ਡੇਰੇ ਪਲਾਤਾ, ਹੁਣ ਦੱਸ ਕਿਵੇਂ ਕਰਨੀ ਆ? ਫਿਰ ਤਾਇਆ ਕੀ ਕਹਿੰਦਾ? ਕਹਿੰਦਾ ਕਰਨੀ ਕੀ ਆ, ਅੰਨ ਪਾਣੀ ਤਿਆਰ ਆ, ਸੱਦਾ ਦਿਓ, ਭਮਕੜਾ ਤੋਂ ਅੱਗੋਂ ਰੋਟੀ ਖਿਲਾ ਕੇ ਸਹੁਰਿਆਂ ਨੂੰ ਦਫਾ ਕਰੋ। ਚਾਚਾ ਅੱਗੇ ਕਦੇ ਫੇਰ ਸੁਣਾ ਦਿਆਂਗੇ। ਸੁਣਾਉਂਦੇ ਹੋ ਕਿ ਨਹੀਂ? ਲਾ ਲਿਆ ਵੀ ਚਾੜ ਤੇ। ਖੈਰ ਲਓ ਜੀ ਸੱਦਾ ਦੇਣ ਦੀ ਦੇਰ ਸੀ ਕਿ ਇੰਨੇ ਨੂੰ ਬਰਾਤ ਆਉਂਦੀ ਦਾ ਵਾਜਾ ਵੱਜਣ ਲੱਗ ਪਿਆ। ਲਓ ਜੀ ਜਨੇਤ ਘਰੇ ਪਹੁੰਚ ਕੇ ਕੋਰਿਆਂ ਤੇ ਆ ਕੇ ਲਾਈਨਾਂ 'ਚ ਬਹਿ ਗਈ। ਕੋਰਿਆਂ ਤੇ ਬਹਿ ਗਈ ਦਾ ਕੀ ਮਤਲਬ? ਉਹ ਅੱਗੇ ਕਿਹੜਾ ਮੈਰਿਜ ਪੈਲੇਸ ਹੁੰਦੇ ਸੀ, ਬਰਾਤ ਥੱਲੇ ਕੋਰਿਆਂ ਲੱਠਿਆਂ ਤੇ ਬੈਠਦੀ ਹੁੰਦੀ ਸੀ। ਅੱਛਾ। ਘਰ 'ਚ ਸਾਰੇ ਮਸ਼ਵਰਾ ਕਰਦੇ ਆ ਕਿ ਹੁਣ ਰੋਟੀ ਵਰਤਾਉਣ ਕੌਣ ਲੱਗੂਗਾ। ਮੁੰਡੇ ਕਹਿੰਦੇ ਸਾਨੂੰ ਕੀ ਪਤਾ, ਤਾਏ ਨੇ ਸਾਰੇ ਕੰਮ ਹੱਥੀਂ ਕੀਤੇ ਆ, ਹੁਣ ਤਾਇਆ ਜਾਣੇ, ਤਾਏ ਦਾ ਕੰਮ ਜਾਣੇ। ਪ੍ਰਾਹੁਣਿਆਂ ਨੂੰ ਅੰਨ ਪਾਣੀ ਛਕਾਉਣ ਲਈ ਤਾਇਆ ਤਿਆਰ ਹੁੰਦਾ ਤੇ ਆਪਣੇ ਭਤੀਜਿਆਂ ਨੂੰ ਪੁੱਛਦਾ,
ਹਾਂ ਬਈ ਜੜੇਤ ਬਹਿ ਗਈ ਸੂਤ ਹੋ ਕੇ ਹਾਂਜੀ ਬਹਿ ਗਈ ਹੱਥ ਧੁਆਤੇ ਹਾਂਜੀ ਧੁਆਤੇ ਭਾਂਡੇ ਰੱਖ ਤੇ ਮੂਹਰੇ ਹਾਂਜੀ ਰੱਖਤੇ ਲਾਵਾਂ ਫਿਰ ਜੁੱਤੀ ਲਾਓ ਲੱਗਾ ਵਰਤਾਉਣ ਵਰਤਾਓ ਲਓ ਜੀ ਪਿੱਛੇ ਇੱਕ ਮੁੰਡਾ ਫੁਲਕਿਆਂ ਦੀ ਟੋਕਰੀ ਚੱਕੀ ਖੜਾ ਤੇ ਤਾਇਆ ਟੋਕਰੀ ਚੋਂ ਇੱਕ ਫੁਲਕਾ ਚੱਕਦਾ ਅਜੇ ਵਰਤਾਉਣ ਹੀ ਲੱਗਾ ਕਿ ਇੰਨੇ ਨੂੰ ਕੀ ਵੇਖਦਾ ਦੋਹੇ ਘਰਾਂ ਦੀ ਸਾਂਝੀ 4 ਫੁੱਟ ਦੀਵਾਰ ਦੇ ਪਰਲੇ ਪਾਸੇ ਤਾਈ ਧੰਨੋ ਜਾਣੀ ਕਿ ਉਹਦੀ ਘਰ ਵਾਲੀ ਉਹਦੀਆਂ ਕਰਤੂਤਾਂ ਵੇਖ ਵੇਖ ਕੇ ਜ਼ਹਿਰ ਉਗਲ ਰਹੀ ਆ ਹੁਣ ਜੇ ਤਾਂ ਹੁੰਦੀ ਸਿਆਣੀ ਫੇਰ ਤਾਂ ਸਮਾਂ ਵਿਚਾਰ ਕੇ ਕਰ ਜਾਂਦੀ ਚੁੱਪ ਤੇ ਬਾਅਦ ਚ ਭਾਵੇਂ ਜੋ ਮਰਜ਼ੀ ਕਹਿ ਲੈਂਦੀ ਤੂੰ ਹੁੰਦਾ ਕੌਣ ਸੀ ਸਾਥੋਂ ਬਿਨਾਂ ਪੁੱਛੇ ਵਿਆਹ ਚ ਬਣਨ ਵਾਲਾ ਪਰ ਧੰਨੋ ਬੋਲੇ ਬਿਨਾਂ ਰਹੇ ਤਾਂ ਕਿਵੇਂ ਰਹੇ ਫਿਰ ਤੁਹਾਨੂੰ ਕੀ ਕਹਿੰਦੀ? ਜੱਟ ਖਾਨ ਦਾ ਕੁੱਤਾ ਸਾਰਿਆਂ ਤੋਂ ਲੁੱਚਾ ਗੱਬੇ ਵਿਆਹ ਦੇ ਵੜਿਆ ਹੋਇਆ ਹੁਣ ਭਾਬੀ ਦਾ ਹੇਠ ਚੜਿਆ ਹੋਇਆ ਉਹਦਾ ਸਾਡੀਆਂ ਜੜਾਂ ਵੜਦੀ ਆ ਕਾਰਜ ਲਈ ਖਸ਼ਮ ਨੂੰ ਮੂਹਰੇ ਕਰਦੀ ਆ ਸ਼ੌਕਰ ਨੇ ਉਹ ਕਦੇ ਬਾਤ ਨਹੀਂ ਪੁੱਛੀ ਗਾਂ ਵੇਲੇ ਫਫੇ ਕੁੱਟਣੀ ਜੇਠ ਨੂੰ ਟੋਲਦੀ ਐ ਜੇ ਤੈਨੂੰ ਸੱਚੀਆਂ ਸੁਣਾਉਂਦੀ ਆ ਫੇਰ ਕਹਿੰਦੀ ਆ ਤੈਨੂੰ ਬੋਲਦੀ ਆ ਫਿਰ ਤਾਇਆ ਕੀ ਕਹਿੰਦਾ? ਇਹੋ ਜਿਹੇ ਕੁੱਤੇ ਖਾਨਦਾਨ ਦੀ ਆਈਆ ਖਜਲ ਕੀਤੇ ਪਾਇਆ ਜਿੱਦੜ ਦੀ ਲੜ ਲਾਈਆ ਕੰਜਰ ਦੇ ਪੁੱਤਾਂ ਨੇ ਫੜ ਪਰਾਉਣੇ ਫੁਲਕਾ ਮੈਨੂੰ ਤਾਂ ਖਾਣ ਦਾ ਕੁੱਤਾ ਦੱਸਦੀ ਆ ਪੁੱਛਣ ਵਾਲਾ ਹੋਵੇ ਵੀ ਹੁਣ ਜਿਹੜੇ ਆ ਨਵੇਂ ਬਾਂਦਰ ਸਹੇੜੇ ਆ ਇਹਨਾਂ ਦਾ ਮੂੰਹ ਮੱਥਾ ਝੁਲਸਣ ਦੇਂਗੀ ਕਿ ਨਹੀਂ ਫੜ ਪਰਾਉਣੇ ਫੁਲਕਾ ਪਰਾਉਣੇ ਵਿਚਾਰੇ ਫੁਲਕਾ ਫੜੀ ਜਾਂਦੇ ਆ ਨਾਲੇ ਮੂੰਹ ਵੱਲ ਵੇਖੀ ਜਾਂਦੇ ਆ ਕਿ ਬਾਬਾ ਗਾਲਾਂ ਕਿਹਨੂੰ ਕੱਢੀ ਜਾਂਦਾ ਤੇ ਉਧਰ ਧੰਨੋ ਦੇਖ ਤਾਈ ਨੂੰ ਫਿੱਟੇ ਬੁੱਗਿਆ ਨਹੀਂ ਇਹਨੂੰ ਸ਼ਰਮ ਹੈ ਨਹੀਂ ਇਹ ਨਹੀਂ ਸੋਚਦਾ ਕਿ ਟੱਬਰ 'ਚ ਕਿਸੇ ਹੋਰ ਜੀ ਨੂੰ ਕਿਹਾ ਨਹੀਂ ਨੋ ਲੱਗ ਝੂਰਦੀ ਐ ਮੁੰਡਾ ਲੱਗ ਝੂਰਦਾ ਤੇ ਚੌਰੇ ਨੂੰ ਅਕਲ ਮੌਤ ਨਹੀਂ ਮੂਰੇ ਹੋ ਛੱਕਾ ਪੂਰਦਾ ਇਹ ਜਿਹਦੇ ਪਰਦੇ ਕੱਜਦਾ ਫਿਰਦਾ ਉਹ ਇਹਦੀਆਂ ਪੱਗਾਂ ਰੋਲਦੀ ਆ ਜੇ ਤੈਨੂੰ ਛੱਚੀਆਂ ਛਲਾਉਂਦੀ ਆ ਫੇਰ ਕਹਿੰਦੀ ਆ ਤੈਨੂੰ ਬੋਲਦੀ ਆ ਹਰ ਵੇਲੇ ਕੁੱਤੇ ਵਾਂਗੂ ਭੌਂਕਦੀ ਆ ਇਹਦੀ ਜ਼ਬਾਨ ਤਾਂ ਵੱਡੀ ਦੀ ਨਾ ਰਹੇ ਓਏ ਕਲੈਣੀ ਏ ਜਿਹੜੀ ਆ ਕੋਠੇ ਜਿੱਡੀ ਹੋਈ ਆ ਇਹਨੂੰ ਕਿਸੇ ਮਲੰਗ ਨਾਲ ਤੋਰਨ ਦੇਂਗੀ ਕਿ ਨਹੀਂ ਫੜ ਬਰਾਉਣੇ ਫੁਲਕਾ ਆ ਜਿੱਦੜ ਦੀ ਪੁੱਠੇ ਪੈਰਾਂ ਵਾਲੀ ਆਈ ਆ ਭਾਈਆਂ ਨਾਲ ਭਾਈ ਲੜਾ ਤੇ ਸ਼ਰੀਕਾਂ ਨਾਲ ਭੇੜ ਪੁਆ ਤੇ ਕਿਸੇ ਚ ਬਹਿਣ ਉੱਠਣ ਜਾਊਗਾ ਛੱਡਿਆ ਹੀ ਨਹੀਂ ਕਿਵੇਂ ਝਾਕਦੇ ਆ ਜਿਵੇਂ ਸਾਲਾ ਕੁਛ ਦੇਖਿਆ ਨਹੀਂ ਹੁੰਦਾ ਫੜ ਬਰਾਉਣੇ ਫੁਲਕਾ ਬਸ ਆ ਸੀ ਫੁੰਮਣ ਸਿਉਂ ਵਾਲੀ ਗੱਲ। ਓਏ ਚੱਲੀਏ ਗੱਲ ਤਾਂ ਕੋਈ ਹੋਰ ਸੀ ਇਹ ਤਾਂ ਮੈਂ ਤੁਹਾਨੂੰ ਖੁਸ਼ ਕਰਨ ਲਈ ਐਵੇਂ ਫੁੰਮਣ ਸਿੰਘ ਦਾ ਨਾਂ ਧੱਕੇ ਨਾਲ ਫਿੱਟ ਕੀਤਾ ਸੀ ਚਾਚਾ ਚਾਚਾ ਤੂੰ ਮਜ਼ਾਕ ਕਰਨਾ ਛੱਡ ਨਹੀਂ ਸਕਦਾ? ਓਏ ਭਤੀਜ ਮੈਂ ਤੁਹਾਨੂੰ ਛੱਡ ਦੂੰ ਪਰ ਮਜ਼ਾਕ ਨਹੀਂ ਛੱਡ ਸਕਦਾ ਕਿਉਂ? ਓਏ ਬੀਬਾ ਮਜ਼ਾਕ ਤਾਂ ਮੇਰੇ ਪਿਓ ਦਾਦੇ ਤੋਂ ਚੱਲਿਆ ਆ ਰਿਹਾ ਤੁਸੀਂ ਅਜੇ ਮੈਨੂੰ ਕੱਲ ਟੱਕਰੇ ਹੋ ਦਰਅਸਲ ਚਾਚਾ ਹਰ ਗੱਲ ਨਾਲ ਮਜ਼ਾਕ ਕਰਨਾ ਤੇਰਾ ਪ੍ਰੋਫੈਸ਼ਨ ਬਣ ਚੁੱਕਿਆ। ਇਹ ਤਾਂ ਹੈ ਹੀ ਆ ਜਿੱਦਾਂ ਦਾ ਪ੍ਰੋਫੈਸ਼ਨ ਉਦਾਂ ਦੀ ਬੋਲਬਾਣੀ ਕਿਸੇ ਦਾ ਮਰ ਗਿਆ ਭਰਾ ਤੇ ਇੱਕ ਟੇਲਰ ਮਾਸਟਰ ਉਹਦੇ ਘਰੇ ਅਫਸੋਸ ਕਰਨ ਚਲਿਆ ਗਿਆ ਕਹਿੰਦਾ ਜੀ ਮੈਨੂੰ ਤਾਂ ਤੁਹਾਡੇ ਭਰਾ ਬਾਰੇ ਹੁਣੇ ਪਤਾ ਲੱਗਿਆ ਬੜਾ ਲੋੜਾ ਮਾਰਿਆ ਰੱਬ ਨੇ ਉਹ ਕਹਿੰਦਾ ਜੀ ਲੋੜਾ ਜਾਂ ਲੋੜਾ ਅੰਮਾ ਜਾਏ ਕਿਤੇ ਧਰੇ ਪਏ ਆ ਭਰਾ ਤਾਂ ਸਰਦਾਰ ਜੀ ਬਾਹਾਂ ਹੁੰਦੀਆਂ ਨੇ ਫਿਰ ਟੇਲਰ ਮਾਸਟਰ ਕੀ ਕਹਿੰਦਾ? ਕਹਿੰਦਾ ਆਹੋ ਜੀ ਭਰਾ ਬਾਹਾਂ ਹੁੰਦੀਆਂ ਨੇ ਭੈਣਾ ਅੱਗਾ ਪਿੱਛਾ ਤੇ ਜਵਾ ਕਾਜ ਬਟਨ ਅਫਸੋਸ ਕਾਹਦਾ ਕਰਨ ਗਿਆ ਬੈਠੇ ਬੈਠੇ ਨੇ ਕੁੜਤਾ ਹੀ ਸੀ ਉਹ ਚਾਚਾ ਖੁਸ਼ੀਆਂ ਖੇੜਿਆਂ ਵਾਲੀ ਗੱਲਾਂ ਸੁਣਾਇਆ ਕਰ ਐਵੇਂ ਅਫਸੋਸ ਵਾਲੀਆਂ ਕਹਾਣੀਆਂ ਲੈ ਕੇ ਬਹਿ ਗਿਆ। ਭਤੀਜ ਮੈਨੂੰ ਤੇਰੇ ਤੇ ਕਦੇ ਕਦੇ ਬੜਾ ਵੱਟ ਚੜਦਾ ਕਿਉਂ? ਆ ਗਾਉਣ ਵਾਲਿਆਂ ਦੀ ਨਵੀਂ ਪਨੀਰੀ ਨੇ ਸੈਡ Song ਗਾ ਕੇ ਰੋ ਕੇ ਨਾਲੇ ਰਵਾ ਕੇ ਲੋਕਾਂ ਦਾ ਅੰਦਰ ਹਿਲਾਇਆ ਪਿਆ ਉਹ ਨਹੀਂ ਤੈਨੂੰ ਕਦੇ ਦੇਖਦੇ ਮੈਂ ਮਾੜੀ ਜੀ ਮਰਗ ਦੀ ਗੱਲ ਕੀ ਕਰਤੀ ਤੈਨੂੰ ਪਿੱਸੂ ਪੈ ਗਏ। ਵੈਸੇ ਸ਼ਰਮਾ ਜੀ ਚਾਚਾ ਜੀ ਦੀ ਗੱਲ ਤਾਂ ਬਿਲਕੁਲ ਸਹੀ ਹੈ। ਥੈਂਕ ਯੂ ਨੀਲੂ ਆ ਦੂਰਦਰਸ਼ਨ ਵਾਲਿਆਂ ਦਾ ਵੈਰਾਈਟੀ ਪ੍ਰੋਗਰਾਮ ਲਿਸ਼ਕਾਰਾ ਹੀ ਵੇਖ ਲਓ ਪਹਿਲੇ ਗੀਤ ਤੋਂ ਲੈ ਕੇ ਅਖੀਰਲੇ ਗੀਤ ਤੱਕ ਇਹੀ ਸੀਡੀ ਸਿਆਪਾ ਹੁੰਦਾ ਹੈ। ਮੈਂ ਤਾਂ ਕਹਿੰਦਾ ਇਹਨਾਂ ਨੂੰ ਲਿਸ਼ਕਾਰੇ ਦਾ ਨਾਂ ਬਦਲ ਦੇਣਾ ਚਾਹੀਦਾ ਕੀ ਰੱਖਣਾ ਚਾਹੀਦਾ? ਕੀਰ ਨੇ ਅੱਧ ਨਾਲੋਂ ਵੱਧ ਗਾਇਕਾਂ ਨੂੰ ਤਾਂ ਭਤੀਜ ਇਹ ਨਹੀਂ ਪਤਾ ਕਿ ਕਿਹੜੇ ਮੌਕੇ ਤੇ ਕਿਹੜਾ ਗੀਤ ਗਾਉਣਾ ਅਗਲੇ ਦੇ ਤਾਂ 6 ਕੁੜੀਆਂ ਤੋਂ ਬਾਅਦ ਰੱਬ ਨੇ ਰੋ ਪਿੱਟ ਕੇ ਮਸਾ ਮੁੰਡਾ ਦਿੱਤਾ ਹੁੰਦਾ ਤੇ ਮੁੰਡੇ ਦੀ ਪਹਿਲੀ ਲੋਹੜੀ ਤੇ ਆ ਕੇ ਗਾਉਣ ਵਾਲਾ ਪਤਾ ਕਿਹੜਾ ਪਹਿਲਾ ਗੀਤ ਗਾਉਂਦਾ? ਕਿਹੜਾ? ਗਵਾਂਡੀਆਂ ਦੀ ਮਿਹਰਬਾਨੀ ਫੇਰ ਕਹਿੰਦੇ ਆ ਸਾਡੀ ਪੇਮੈਂਟ ਮਾਰ ਲਈ ਓਏ ਤੁਸੀਂ ਅਗਲੇ ਦੀ ਇੱਜ਼ਤ ਮਿੱਟੀ ਕੇ ਦੱਬਤੀ ਤੇ ਅਗਲਾ ਤੁਹਾਡੀ ਪੇਮੈਂਟ ਵੀ ਨਾ ਦੱਬੇ ਬਾਕੀ ਬੀਬਾ ਤੂੰ ਗਾਇਕੀ ਵੇਖ ਪੰਜਾਬ ਦੀ ਕਿੱਧਰ ਨੂੰ ਜਾ ਰਹੀ ਆ ਬਈ ਜੇ ਤੇਰੇ ਨਾਲ ਕੁੜੀ ਨੇ ਧੋਖਾ ਕਰ ਹੀ ਲਿਆ ਤੈਨੂੰ ਛੱਡ ਕੇ ਵਿਆਹ ਕਿਤੇ ਹੋਰ ਕਰਾ ਰਹੀ ਆ ਤਾਂ ਰੋ ਕੇ ਲੇਲੜੀਆਂ ਕੱਢਣ ਦਾ ਕੀ ਕੰਮ ਓਏ ਮਰਦ ਬਣ ਮਾਂ ਟੱਕਰ ਕੁੜੀ ਦੇ ਪਿਓ 'ਚ ਕੁੜੀ ਦੇ ਭਰਾਵਾਂ 'ਚ ਕੁੜੀ 'ਚ ਪਤਾ ਵੀ ਲੱਗੇ ਓਏ ਗਰੀਬਾਂ ਨੇ ਤੇਰਾ ਕੀ ਵਿਗਾੜਿਆ ਆਖੇ ਮੈਂ ਤੇਰੇ ਵਿਆਹ ਦਾ ਟੈਂਟ ਪਾੜ ਦੂੰ ਓਏ ਪੁੱਛਣ ਵਾਲਾ ਹੋਵੇ ਬਈ ਗਲਾਟੀ ਟੈਂਟ ਹਾਊਸ ਵਾਲੇ ਨੇ ਤੇਰਾ ਕੀ ਮਾੜਾ ਕੀਤਾ ਆਖੇ ਮੈਂ ਤੇਰੇ ਵਿਆਹ ਦਾ ਹਲਵਾਈ ਕੁੱਟੂ ਓਏ ਖੁਸ਼ੀ ਰਾਮ ਨਾਲ ਤੇਰੀ ਕਾਹਦੀ ਦੁਸ਼ਮਣੀ ਆ ਬਈ ਮੈਂ ਤੇਰੀ ਰੀਵਰਾਂ ਵਾਲੀ ਕਾਰ ਭੰਨ ਦੂੰ ਬਈ ਧੰਨਾ ਸਿੰਘ ਡਰਾਈਵਰ ਨੇ ਤੈਨੂੰ ਕੀ ਕਿਹਾ ਚਾਚਾ ਬੱਸ ਵੀ ਕਰ ਮੈਂ ਤਾਂ ਪੰਗਾ ਹੀ ਲੈ ਲਿਆ ਛੇੜ ਕੇ ਮੇਰੇ ਭਾ ਦਾ ਮਰਗ ਦੀ ਇੱਕ ਹੋਰ ਗੱਲ ਸੁਣਾ ਲਾ। ਹੋਰ ਸੁਣ ਰਾਣਾ ਮੌਲੀ ਵਾਲਾ ਪਿੱਛੇ ਜੇ ਇੰਗਲੈਂਡ ਤੋਂ ਇੰਡੀਆ ਆਇਆ
ਆਉਂਦੇ ਹੀ ਉਹਨੂੰ ਪਤਾ ਲੱਗਿਆ ਕਿ ਉਹਦੇ ਦੋਸਤ ਸਰਬਣ ਦੀ ਬੇਬੇ ਚੜ੍ਹਾਈ ਕਰ ਗਈ। ਸੰਸਕਾਰ ਤੋਂ ਬਾਅਦ ਉਹ ਸਰਬਣ ਨਾਲ ਉਹਦੀ ਮਾਂ ਦੇ ਫੁੱਲ ਚੜਾਉਣ ਲਈ ਹਰਿਦੁਆਰ ਲਈ ਰਵਾਨਾ ਹੋ ਗਿਆ। ਬੱਸ 'ਚ ਬੈਠਦਿਆਂ ਸਾਰ ਸਰਬਣ ਨੇ 3 ਟਿਕਟਾਂ ਲੈ ਲਈਆਂ। ਰਾਣਾ ਬੜਾ ਹੈਰਾਨ, ਕਹਿੰਦਾ ਬਈ ਆਪਾਂ ਬੰਦੇ ਤਾਂ 2 ਆ, ਤੀਜੀ ਟਿਕਟ ਕਿਹਦੀ ਆ? ਸਰਬਣ ਕਹਿੰਦਾ ਬੇਬੇ ਦੀ। ਉਹ ਕਿਉਂ? ਲੈਂਦੇ ਹੁੰਦੇ ਆ। ਰਾਹ ਵਿੱਚ ਬੱਸ ਰੁਕੀ, ਹੋਟਲ ਤੇ ਖਾਣਾ ਖਾਣ ਲੱਗੇ। ਸਰਬਣ ਨੇ 3 ਥਾਲੀਆਂ ਮੰਗਾ ਲਈਆਂ। ਰਾਣਾ ਕਹਿੰਦਾ ਤੀਜੀ ਕਿਹਦੇ ਲਈ? ਸਰਬਣ ਕਹਿੰਦਾ ਬੇਬੇ ਲਈ। ਖਾ ਬੇਬੇ ਖਾਣਾ। ਰੋਟੀ ਬਾਅਦ ਚਾਹ ਦੇ 3 ਕੱਪ ਮੰਗਾ ਲਏ। ਰਾਣੇ ਨੇ ਫੇਰ ਪੁੱਛਿਆ ਯਾਰ ਤੀਜਾ ਕਿਹਦੇ ਲਈ? ਸਰਬਣ ਕਹਿੰਦਾ ਬੇਬੇ ਲਈ। ਛੱਕ ਬੇਬੇ ਚਾਹ। ਫੇਰ ਕੀ ਹੋਇਆ? ਫੇਰ ਕੀ ਹੋਣਾ ਸੀ? ਅਜੇ ਸ਼ਹਿਰ ਨਹੀਂ ਟੱਪੇ ਸੀ ਕਿ ਇਹਨੇ ਨੂੰ ਬੱਸ ਦੀ ਕਮਾਣੀ ਟੁੱਟ ਗਈ। ਕੰਡਕਟਰ ਕਹਿੰਦਾ ਬਈ 3-4 ਘੰਟੇ ਲੱਗਣਗੇ, ਜਿਹਨੇ ਤੁਰਨਾ ਫਿਰਨਾ ਤੁਰ ਫਿਰ ਲਓ। ਸਾਹਮਣੇ ਸਿਨੇਮੇ 'ਚ ਧਰਮਿੰਦਰ ਦੀ ਚਰਸ ਫਿਲਮ ਲੱਗੀ ਸੀ। ਸਰਬਣ ਨੇ 3 ਟਿਕਟਾਂ ਲੈ ਲਈਆਂ। ਫੇਰ 3? ਤੀਜੀ ਬੇਬੇ ਦੀ। 2 ਤੇ ਆਪ ਬਹਿ ਗਏ, ਤੀਜੀ ਤੇ ਬੇਬੇ ਦੇ ਫੁੱਲ ਰੱਖਤੇ। ਲੱਗੇ ਫਿਲਮ ਵੇਖਣ। ਇੰਟਰਵਲ 'ਚ ਦੇ ਕਿੱਥੇ ਪੈਂਦੀ ਆ ਪੈਣ, ਦੇ ਕਿੱਥੇ ਪੈਂਦੀ ਆ ਪੈਣ ਫਿਲਮ 'ਚ? ਓਏ ਫਿਲਮ 'ਚ ਕਾਹਨੂੰ, ਸੱਚੀ ਮੁੱਚੀ। ਰਾਣਾ ਮੌਲੀ ਵਾਲਾ ਥੱਲੇ ਤੇ ਸਰਬਣ ਉੱਤੇ। ਮੈਂ ਕਿਹਾ ਕੁੱਟ-ਕੁੱਟ ਬਣਾਤੀ ਰਾਣੇ ਦੀ ਰੇਲ। ਲੋਕ ਹੈਰਾਨ ਪਰੇਸ਼ਾਨ ਕਿ ਹੁਣੇ ਤਾਂ ਦੋਨੋਂ ਘਿਓ ਖਿਚੜੀ ਸੀ, ਐਡੀ ਜਲਦੀ ਕੀ ਹੋ ਗਿਆ? ਖੋਰੇ ਹੇਮਾ ਮਾਲੀ ਪਿੱਛੇ ਲੜ ਪਏ। ਫੇਰ ਲਹੂ ਲਹਾਨ ਹੋਏ ਰਾਣੇ ਨੂੰ ਲੋਕਾਂ ਨੇ ਸਰਬਣ ਹੇਠੋਂ ਕੱਢਿਆ। ਫੇਰ ਰਾਣਾ ਕੀ ਕਹਿੰਦਾ? ਰਾਣਾ ਕਹਿੰਦਾ ਮੈਨੂੰ ਤਾਂ ਸਾਲਾ ਇੱਥੇ ਦੇ ਰੀਤੀ ਰਿਵਾਜਾਂ ਦਾ ਨਹੀਂ ਪਤਾ। ਦਰਅਸਲ ਮੈਨੂੰ ਆਦਤ ਆ ਕਿ ਜਦੋਂ ਮੈਂ ਫਿਲਮ ਵੇਖਾਂ ਇੰਟਰਵਲ ਦੇ ਵਿੱਚ ਮੈਂ ਸਿਗਰਟ ਜ਼ਰੂਰ ਪੀਂਦਾ ਹੁੰਦਾ। ਇੱਕ ਮੈਂ ਆਪ ਫੜ ਲਈ, ਦੂਜੀ ਸਰਬਣ ਨੂੰ ਫੜਾਤੀ। ਫੇਰ ਸੋਚਿਆ ਕਿਤੇ ਬੇਬੇ ਗੁੱਸਾ ਹੀ ਨਾ ਕਰ ਜਵੇ। ਅਜੇ ਡੱਬੀ ਬੇਬੇ ਨੂੰ ਕੀਤੀ ਸੀ, ਇਹਨਾਂ ਨੂੰ ਸਾਲੇ ਢਾਲਿਆ ਕਹਿੰਦਾ ਸਾਡੀ ਬੁੜੀ ਸਿਗਰਟਾਂ ਪੀਂਦੀ ਸੀ ਉਹ। ਵੀ ਭਲਾ ਇਹਨੂੰ ਪੁੱਛਣ ਵਾਲਾ ਹੋਵੇ ਸਾਲੇ ਢਿੱਡਲ ਜੇ ਨੂੰ ਵੀ ਜੇ ਮਰਨ ਤੋਂ ਬਾਅਦ ਸਾਲਾ ਤੁਹਾਡੀ ਬੁੜੀ ਚਰਸ ਦਾ ਸਵਾਦ ਲੈ ਸਕਦੀ ਆ, ਸਿਗਰਟ ਉਹਦੇ ਦੰਦੀ ਵੱਢਦੀ ਆ। ਚਾਚਾ ਲੱਖ ਰੁਪਏ ਦੀ ਗੱਲ ਸੁਣਾਈ ਆ। ਨਹੀਂ ਗੱਲ ਤਾਂ ਭਤੀਜ ਸਿਰਫ 25,000 ਦੀ ਆ, ਸਰਬਣ ਨੂੰ ਪਤਾ। ਸਾਇੰਸ ਨੇ ਇੰਨੀ ਤਰੱਕੀ ਕਰ ਲਈ, ਪਰ ਸਾਡੇ ਲੋਕਾਂ 'ਚ ਅੰਧ ਵਿਸ਼ਵਾਸ ਨਹੀਂ ਜਾਂਦਾ। ਓਏ ਲੋਕਾਂ 'ਚ ਤਾਂ ਕੀ ਜਾਣਾ ਬੀਬਾ, ਸਾਡੇ ਲੀਡਰਾਂ 'ਚ ਨਹੀਂ ਜਾਂਦਾ। ਜਿਨ੍ਹਾਂ ਦੇ ਹੱਥ ਦੇਸ਼ ਦੀ ਵਾਗ ਡੋਰਿਆ ਉਹੀ ਲਕੀਰ ਤੇ ਫਕੀਰ ਬਣੇ ਹੋਏ ਨੇ। ਉਹ ਕਿੱਦਾਂ? ਪਿੱਛੇ ਜੇ ਇੱਕ ਕਾਮਰੇਡ ਛਤਰੀ ਲਈ ਹੋਈ ਸੜਕ ਤੇ ਤੁਰਿਆ ਜਾਵੇ। ਫੇਰ? ਮੈਂ ਉਹਨੂੰ ਪੁੱਛਿਆ ਕਿ ਭਾਈ ਸਾਹਿਬ ਨਾ ਤਾਂ ਮੀਂਹ ਪੈ ਰਿਹਾ, ਨਾ ਹੀ ਬੱਦਲਵਾਹੀ ਆ, ਤੇ ਨਾ ਹੀ ਕੜਾਕੇ ਦੀ ਧੁੱਪ ਆ, ਫਿਰ ਤੁਸੀਂ ਛਤਰੀ ਕਾਹਦੇ ਲਈ ਲਈ ਆ? ਫੇਰ ਕੀ ਕਹਿੰਦਾ? ਕਹਿੰਦਾ ਮਾਸਕੋ 'ਚ ਮੀਂਹ ਪੈ ਰਿਹਾ। ਸਦਕੇ ਜਾਈਏ ਸਾਡੇ ਮੁਲਕ ਦੇ, ਰੀਸਾਂ ਬਾਹਰ ਲਿਆਂਦੀਆਂ। ਚਾਚਾ ਜੀ ਮੈਨੂੰ ਪਿੱਛੇ ਜੇ ਮਾਸਕੋ ਜਾਣ ਦਾ ਮੌਕਾ ਮਿਲਿਆ, ਪਰ ਮੈਂ ਗਿਆ ਨਹੀਂ। ਕਿਉਂ? ਉੱਥੇ ਮਹਿੰਗਾਈ ਬਹੁਤ ਆ। ਇੱਥੇ ਘੱਟ ਹੈ। 40 ਰੁਪਏ ਕਿਲੋ ਪਿਆਜ਼, 35 ਰੁਪਏ ਕਿਲੋ ਗੋਭੀ, 80 ਰੁਪਏ ਕਿਲੋ ਮਟਰ, 32 ਰੁਪਏ ਕਿਲੋ ਫਲੀਆਂ, 60 ਰੁਪਏ ਕਿਲੋ ਨਿੰਬੂ। ਪਤਾ ਨਹੀਂ ਮਹਿੰਗਾਈ ਨੂੰ ਠੱਲ ਕਦੋਂ ਪਊ। ਬੀਬਾ ਇਹ ਨਹੀਂ ਠੱਲ ਪੈਣੀ, ਮੇਰੇ ਕੋਲੋਂ ਲਿਖਾ ਲਾ। ਇਹ ਖਾਣ ਪੀਣ ਵਾਲੀਆਂ ਵਸਤਾਂ ਦੇ ਰੇਟ ਉਦੋਂ ਤੱਕ ਅਸਮਾਨੀ ਚੜੇ ਰਹਿਣਗੇ। ਕਦੋਂ ਤੱਕ? ਜਦੋਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਛੜੇ ਰਹਿਣਗੇ। ਉਹ ਕਿਉਂ? ਓਏ ਛੜੇ ਵਿਚਾਰੇ ਨੂੰ ਕੀ ਪਤਾ ਹੁੰਦਾ ਦਾਲ ਸਬਜ਼ੀ ਕੀ ਭਾਅ ਵਿਕਦੀ ਆ? ਜਿੱਥੇ ਮਿਲ ਗਈ, ਜਿੱਦਾਂ ਦੀ ਮਿਲ ਗਈ ਖਾ ਲਈ। ਚਾਚਾ ਜੀ ਹਕੂਮਤ ਨਾਲ ਛੇੜਖਾਨੀ ਨਹੀਂ ਕਰਨੀ ਠੀਕ ਨਹੀਂ ਹੁੰਦੀ। ਕਿਸੇ ਨੇ ਕਿਹਾ ਕਿ ਦੁਕਾਨਦਾਰੀ ਨਰਮ ਦੀ, ਉਗਰਾਹੀ ਬੇਸ਼ਰਮ ਦੀ, ਭਾਈਵਾਲੀ ਧਰਮ ਦੀ, ਕੁੜਮਾਚਾਰੀ ਸ਼ਰਮ ਦੀ ਤੇ ਹਕੂਮਤ ਗਰਮ ਦੀ। ਵਾਕਿਆ ਹੀ ਭਤੀਜ, ਗਰਮੀ ਬਿਨਾਂ ਨਹੀਂ ਹਕੂਮਤ ਹੁੰਦੀ। ਪਿੱਛੇ ਜੇ ਸਾਰਕ ਸੰਮੇਲਨ ਵਿੱਚ ਪਾਕਿਸਤਾਨੀ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਵਿਅੰਗ ਵਿੱਚ ਇੱਕ ਸਵਾਲ ਪੁੱਛਿਆ ਵੀ ਜੇ ਤੁਹਾਡੀ ਕੋਈ ਹਿੰਦੁਸਤਾਨੀ ਫਿਲਮੀ ਹੀਰੋਇਨ ਸਾਡੇ ਪਾਕਿਸਤਾਨੀ ਫਿਲਮੀ ਹੀਰੋ ਨਾਲ ਜਾਂ ਕਿਸੇ ਕ੍ਰਿਕਟ ਦੇ ਸਟਾਰ ਨਾਲ ਨਿਕਾਹ ਕਰਵਾ ਲਵੇ ਤਾਂ ਕੀ ਤੁਸੀਂ ਸਾਨੂੰ ਦਹੇਜ ਦੇ ਵਿੱਚ ਕਸ਼ਮੀਰ ਦੇ ਦਿਓਗੇ? ਫੇਰ ਕੀ ਕਹਿੰਦੇ ਵਾਜਪਾਈ ਸਾਹਿਬ? कबूल है, कबूल है, कबूल है। ये कश्मीर के सपने लेने वालों, इतना समझ लो कि जिस दिन तलाक हो गया फिर हक मेर में पाकिस्तान भी जा सकता है। ਪਰ ਚਾਚਾ ਜੀ 2 ਗਜ਼ ਜ਼ਮੀਨ ਨਹੀਂ ਮੁੱਕਦੀ ਬੰਦੇ ਨੂੰ, ਫਿਰ ਵੀ ਪਤਾ ਨਹੀਂ ਕਿਉਂ ਮੇਰੀ ਕਰਦਾ ਰਹਿੰਦਾ। ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਪਿਆਰ ਕਰਨ ਲਈ ਜ਼ਿੰਦਗੀ ਇੰਨੀ ਛੋਟੀ ਹੈ। ਪਤਾ ਨਹੀਂ ਲੋਕੀ ਲੜਾਈ ਲਈ ਟਾਈਮ ਕਿੱਥੋਂ ਕੱਢ ਲੈਂਦੇ ਨੇ। ਬੀਬਾ ਜੀ ਇਹਨਾਂ ਨੂੰ ਕੌਣ ਸਮਝਾਵੇ ਕਿ ਭਲਿਓ ਮਾਨਸੋ ਪਿਆਰ ਅਮਨ ਮੰਗਦਾ, ਜੰਗ ਨਹੀਂ। ਜੇ ਜੰਗ ਲੜਨੀ ਆ ਤਾਂ ਆਪਣੇ ਮੁਲਕ ਦੇ ਅੰਦਰ ਜਿਹੜੀ ਬੁਰਾਈ ਕੁੱਟ-ਕੁੱਟ ਭਰੀ ਪਈ ਆ ਪਹਿਲਾਂ ਉਹਦੇ ਨਾਲ ਲੜ ਲਓ। ਚਾਚਾ ਜੀ ਗੰਗਾ ਤਾਂ ਉਸੇ ਤਰ੍ਹਾਂ ਪਵਿੱਤਰ ਹੈ, ਕਸੂਰ ਤਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਮੈਲੀ ਕੀਤੀ ਹੈ। ਕਾਕੀ ਮੈਂ ਕਦੋਂ ਕਹਿੰਦਾ ਸਾਡਾ ਮੁਲਕ ਮਾੜਾ? ਸੋਚਣ ਵਾਲੀ ਗੱਲ ਤਾਂ ਇਹ ਆ ਕਿ ਜਦ ਚਾਟੀ ਚੰਗੀ ਆ, ਦੁੱਧ ਵੀ ਚੰਗਾ, ਜਾਗ ਵੀ ਬਥੇਰਾ ਚੰਗਾ, ਫਿਰ ਲੱਸੀ ਪਤਾ ਨਹੀਂ ਕਿਉਂ ਖੱਟੀ ਨਿਕਲਦੀ ਹੈ। ਲੱਸੀ ਖੱਟੀ ਇਸ ਕਰਕੇ ਨਿਕਲਦੀ ਆ ਕਿ ਸਾਡੇ ਮੁਲਕ 'ਚ ਚੋਰ ਤੇ ਕੁੱਤੀ ਦੋਵੇਂ ਰਲੇ ਹੋਏ ਆ। ਚਾਚਾ ਜੀ ਇਹ ਦੱਸੋ ਕਿ ਸਾਡੇ ਮੁਲਕ ਦੀ ਗੱਡੀ ਚੱਲੀ ਕਿਵੇਂ ਜਾਂਦੀ ਹੈ? ਇੱਧਰ ਉੱਧਰ 4 ਚੁਫੇਰੇ ਵੇਖਿਆ ਸਭ ਦੇ ਹੋ ਕੇ ਨੇੜੇ, ਇੱਕ ਦੂਜੇ ਤੋਂ ਘੱਟ ਨਾ ਕੋਈ, ਕੌਣ ਕਿਸੇ ਨੂੰ ਤਾੜੇ। ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ, ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ, ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ। ਗੱਡੀ ਇੰਡੀਆ ਦੀ
ਖੋਲੀ ਹਾਲੇ ਵੱਜ ਗਏ 12:30 ਅਮਲਾ ਪਹਿਲਾਂ ਕੁਰਸੀਆਂ ਉੱਤੇ ਅਮਲਾ ਪਹਿਲਾਂ ਕੁਰਸੀਆਂ ਉੱਤੇ ਬੈਠਾ ਨੀਂਦ ਉਤਾਰੇ ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਰੜਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਐਮਰਜੈਂਸੀ ਦੇ ਵਿੱਚ ਰੋਗੀ ਪਿਆ ਅੱਲਾ ਦੇ ਲੇਖੇ ਡਾਕਟਰ ਆਪਣੇ ਕਮਰੇ 'ਚ ਬੈਠਾ ਟੀਵੀ ਨਰਸ ਨਾਲ ਵੇਖੇ ਮੁੱਠੀ ਵਿੱਚ ਕਲੇਜਾ ਕੁੱਟੀ ਮੁੱਠੀ ਵਿੱਚ ਕਲੇਜਾ ਕੁੱਟੀ ਵਾਰਸ ਫਿਰਨ ਵਿਚਾਰੇ ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਹਾਏ ਰੜਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਉਦਘਾਟਨ ਦੇ ਮੌਕੇ ਤੇ ਹੀ ਭਾਵੇਂ ਬਿਲਡਿੰਗ ਢਹਿ ਜੇ ਨੇਤਾ ਜੀ ਦੇ ਘਰ ਕਮਲਾਂ ਵਿੱਚ ਕੈਂਚੀ ਚੁੱਕੀ ਰਹਿ ਜੇ ਠੇਕੇਦਾਰ ਜਮਾਨਾ ਸੋਚੇ ਠੇਕੇਦਾਰ ਜਮਾਨਾ ਸੋਚੇ ਲੋਹਾ ਜਦੋਂ ਡਕਾਰੇ ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਰੜਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਮਿੱਲਾਂ ਵੇਚਣ ਕਟਿਆ ਥੰਦਾ ਦੋਜੀ ਦੁੱਧ ਸਪਰੇਟਾ ਦਾਲਾਂ ਦੇ ਵਿੱਚ ਵਿਕਦੀ ਬਜਰੀ ਚੌਲਾਂ ਦੇ ਵਿੱਚ ਰੇਤਾ ਫਿਰ ਵੀ ਇੱਥੇ ਪੈਦਾ ਹੁੰਦੇ ਫਿਰ ਵੀ ਇੱਥੇ ਪੈਦਾ ਹੁੰਦੇ ਕਪਲ ਦੇਵਤੇ ਧਾਰੇ ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਰੜਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਹਾਏ ਚੱਲਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਭੱਜਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਹਾਏ ਰੁੜਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਵਾਹ ਚਾਚਾ ਜੀ ਵਾਹ, ਇਹੋ ਜਿਹੇ ਬੰਦਿਆਂ ਨਾਲ ਤਾਂ ਜਾਨਵਰ ਚੰਗੇ ਐ ਜਿਹੜੇ ਮਰਨ ਤੋਂ ਬਾਅਦ ਵੀ ਆਪਣਾ ਮੁੱਲ ਪਵਾ ਜਾਂਦੇ ਐ। ਉਹ ਕਿਵੇਂ? ਕਹਿੰਦੇ ਨਹੀਂ ਕਿ ਹਾਥੀ ਜਿਉਂਦਾ ਲੱਖ ਦਾ ਤੇ ਮਰਿਆ 1.25 ਲੱਖ ਦਾ, ਪਰ ਮਾੜਾ ਬੰਦਾ ਜਿਉਂਦਾ ਵੀ ਕੱਖ ਦਾ ਤੇ ਮਰਿਆ ਵੀ ਕੌਡੀ ਦਾ। ਬੀਬਾ ਕੌਡੀ ਦਾ ਹੋਊ ਬਾਹਰਲੇ ਮੁਲਕਾਂ 'ਚ, ਪਰ ਸਾਡੇ ਮੁਲਕ 'ਚ ਤਾਂ ਮਰਿਆ ਵੀ ਆਪਣਾ ਦੋ ਥਾਈਂ ਮੁੱਲ ਪਵਾ ਜਾਂਦਾ। ਕਿੱਥੇ ਕਿੱਥੇ? ਇੱਕ ਤਾਂ ਰਾਸ਼ਨ ਕਾਰਡ ਬਣਾਉਣ ਵੇਲੇ ਤੇ ਦੂਜਾ ਵੋਟਾਂ ਪਾਉਣ ਵੇਲੇ। ਹੁਣ ਮਰਿਆਂ ਦੀਆਂ ਵੋਟਾਂ ਹੀ ਪਵਾਈ ਜਾਓਗੇ ਕਿ ਭਟਕੇ ਲੋਕਾਂ ਨੂੰ ਸੁਧਾਰਨ ਲਈ ਕੋਈ ਯੋਗਦਾਨ ਵੀ ਪਾਓਗੇ? ਭਤੀਜ ਹਰ ਇੱਕ ਕਲਾਕਾਰ ਜਿੰਨੇ ਵੀ ਜੋਗਾ ਆਪਣੀ ਵਾਹ ਲਾਉਂਦਾ ਹੀ ਆ। ਪਿਛਲੇ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਮੇਲੇ ਤੇ ਆਪਣੇ ਲੋਕ ਗਾਇਕ ਸੁਰਿੰਦਰ ਛਿੰਦਾ ਜੀ ਨੂੰ ਮੈਂ ਇੱਕ ਸ਼ੇਅਰ ਗਾਉਂਦੇ ਸੁਣਿਆ, ਮੈਨੂੰ ਬੜਾ ਚੰਗਾ ਲੱਗਿਆ। ਫੇਰ ਕੀ ਕਰ ਲਿਆ ਚੋਰੀ? ਇਰਸ਼ਾਦ। ਨਕਸ਼ਾ ਚੀਨ ਤੇ ਰੂਸ ਤਾਈਂ ਵੰਡ ਦਿੱਤਾ, ਅਕਲ ਦਿੱਤੀ ਏ ਇੰਗਲਿਸਤਾਨੀਆਂ ਨੂੰ, ਓਏ ਬਹੁਤਾ ਧਨ ਦਿੱਤਾ ਅਮਰੀਕਨਾਂ ਨੂੰ, ਪਿਆਰ ਦੇਸ਼ ਭਗਤੀ ਦਿੱਤੀ ਜਾਪਾਨੀਆਂ ਨੂੰ। ਵਾਹ ਵਾਹ। ਸਾਇੰਸ ਆਈ ਹੈ ਹਿੱਸੇ ਜਰਮਨਾਂ ਦੇ, ਸਾਇੰਸ ਆਈ ਹੈ ਹਿੱਸੇ ਜਰਮਨਾਂ ਦੇ, ਹੈਂ। ਤੇ ਹੁਸਨ ਦਿੱਤਾ ਈ ਖਾਸ ਇਰਾਨੀਆਂ ਨੂੰ, ਓਏ ਬਾਕੀ ਬਚੀ ਜੋ ਝੂਠ ਤੇ ਬੇਈਮਾਨੀ ਉਹ ਵੰਡ ਦਿੱਤੀ ਹਿੰਦੁਸਤਾਨੀਆਂ ਨੂੰ। ਚਾਚਾ ਜੀ ਛਿੰਦਾ ਜੀ ਨੇ ਤਾਂ ਕਮਾਲ ਕਰਤੀ, 16 ਨੇ ਸੱਚੀ ਗੱਲ ਸੁਣਾਤੀ। ਉਹ ਸਾਡੇ ਛਿੰਦਾ ਜੀ ਤਾਂ ਗੁਣਾ ਦੀ ਗੁਠਲੀ ਨੇ। ਬਸ ਇੱਕੇ ਕਮੀ ਆ, ਕਿਹੜੀ? ਜਿਹੜੀ ਅੰਗਰੇਜ਼ੀ ਥੋੜੀ ਘੱਟ ਆਉਂਦੀ ਆ। ਤੁਹਾਨੂੰ ਕਿਵੇਂ ਪਤਾ ਹੈ? ਆ ਸਨ 97 ਦੇ ਵਿੱਚ ਛਿੰਦਾ ਜੀ ਇੰਗਲੈਂਡ ਗਏ, ਗਾਉਣ ਪਾਣੀ ਕਰਨ ਉਪਰੰਤ ਘੁੰਮਣ ਫਿਰਨ ਲਈ ਬੀਚ ਤੇ ਗਏ। ਅੱਛਾ, ਬਲੈਕ ਪੂਲ ਵੇਖਣ ਗਏ ਹੋਣੇ ਆ। ਓਏ ਪੂਲ ਸੀ ਭਾਵੇਂ ਬਲੈਕ, ਪਰ ਉੱਥੇ ਇੱਕ ਮੇਮ ਸੀ ਗੋਰੀ ਚਿੱਟੀ, ਓਏ ਜਿਹਨੂੰ ਵੇਖਦਿਆਂ ਸਾਰੀ ਸਾਡੇ ਛਿੰਦਾ ਜੀ ਦੀ ਨੀਅਤ ਫਿੱਟੀ। ਪਹਿਲੀ ਨਜ਼ਰੇ ਪਲ ਦੋ ਪਲ ਵਿੱਚ ਹੋ ਗਈਆਂ ਅੱਖੀਆਂ ਚਾਰ, ਓਏ ਗੋਰੀ ਲਈ ਸੀ ਇਹ ਆਮ ਜੀ ਗੱਲ, ਪਰ ਛਿੰਦਾ ਜੀ ਗਏ ਦਿਲਹਾਰ। ਛੈਲ ਛਬੀਲਾ ਸ਼ੋਰਾ ਵੇਖ ਕੇ ਗੋਰੀ ਗਈ ਸੀ ਸੰਗ, ਉਹ ਗੱਲ ਲੱਗੇ ਕਿਵੇਂ ਵਧਾਵੇ ਛਿੰਦਾ, ਅੰਗਰੇਜ਼ੀ ਵਿੱਚ ਹੱਥ ਤੰਗ। ਫੇਰ ਕੀ, ਤੈਨੂੰ ਪਤਾ ਛਿੰਦਾ ਜੀ ਜੁਗਾੜੀ ਤਾਂ ਬਹੁਤ ਨੇ। ਉਹਨਾਂ ਨੇ ਦਵਾ ਦਵ ਇੱਕ ਪੇਪਰ ਚੱਕਿਆ, ਪੈਨਸਲ ਨਾਲ ਕਾਗਜ਼ ਉੱਪਰ 2 ਕੱਪ ਬਣਾਏ, ਵਿੱਚੋਂ ਭਾਫਾਂ ਨਿਕਲਦੀਆਂ ਵਿਖਾਈਆਂ। ਜਿਉਂ ਹੀ ਉਹਨੇ ਪੇਪਰ ਗੋਰੀ ਵੱਲ ਨੂੰ ਕੀਤਾ, ਉਹ ਝੱਟ ਸਮਝ ਗਈ ਕਿ ਭਲਵਾਨ ਜੀ ਉਹਦੇ ਨਾਲ ਚਾਹ ਦਾ ਕੱਪ ਪੀਣਾ ਚਾਹੁੰਦੇ। ਭਲਵਾਨ ਜੀ? ਓਏ ਕਮਲੀਏ, ਇਹ ਤਾਂ ਹੁਣ ਆਪਾਂ ਨੂੰ ਪਤਾ ਕਿ ਗਾਇਕੀ ਦੇ ਖੇਤਰ ਵਿੱਚ ਕਿੱਡਾ ਸੁਰੀਲਾ ਸਾਡਾ ਭਾਈ
ਗੋਰੀ ਤਾਂ ਸਿਹਤ ਵੇਖ ਕੇ ਲੱਖਣ ਲਾਉਂਦੀ ਸੀ ਖੌਰੇ ਹੋਣਾ ਅਬਦੁੱਲਾਪੁਰ ਦਾ ਹਲਵਾਈ। ਉਹ ਝੱਟ ਮੰਨ ਗਈ ਚਾਹ ਪੀਣ ਨੂੰ। ਫੇਰ ਕੀ ਤੈਨੂੰ ਪਤਾ ਪੰਜਾਬੀਆਂ ਨੂੰ ਉਂਗਲ ਫੜਾਓ ਪਹੁੰਚਾ ਆਪਣੇ ਆਪ ਫੜ ਲੈਂਦੇ ਆ। ਚਾਹ ਪੀਣ ਉਪਰੰਤ ਛਿੰਦਾ ਜੀ ਨੇ ਫੇਰ ਚੱਕੀ ਪੈਨਸਲ ਤੇ ਪੇਪਰ ਦੇ ਉੱਪਰ ਕੌਲੀਆਂ, ਗਲਾਸ, ਡੋਂਗੇ, ਪਲੇਟਾਂ, ਚਮਚੇ ਬਣਾ ਕੇ ਜਿਉਂ ਹੀ ਮੇਮ ਨੂੰ ਵਿਖਾਏ ਤਾਂ ਗੋਰੀ ਝੱਟ ਸਮਝ ਗਈ ਕਿ ਛੋਟਾ ਹੁਣ ਉਹਦੇ ਨਾਲ ਡਿਨਰ ਕਰਨਾ ਚਾਹੁੰਦਾ। ਛੋਟਾ ਨਾ ਗੋਰੀ ਨੂੰ ਕਿਵੇਂ ਪਤਾ ਲੱਗਿਆ ਕਿ ਛੋਟਾ ਛਿੰਦਾ ਜੀ ਤੱਕਿਆ ਕਲਾਮ ਆ? ਓਏ ਕੱਪ ਪਲੇਟਾਂ ਛੋਟੀਆਂ ਬਣਾਈਆਂ ਹੋਣੀਆਂ ਨੇ। ਤੁਹਾਨੂੰ ਪਤਾ ਗੋਰੇ ਲੋਕ ਕਿਸੇ ਦਾ ਆਸਾਨ ਘੱਟ ਹੀ ਰੱਖਦੇ ਹੁੰਦੇ ਆ। ਸਾਡੇ ਮੁਲਕ 'ਚ ਵੀ ਜਿਹੜੇ ਲੋਕਾਂ ਨੇ ਦੇਸ਼ ਨਾਲ ਗਦਾਰੀ ਕੀਤੀ ਸੀ ਜਾਣ ਲੱਗੇ ਉਹਨਾਂ ਨੂੰ ਜ਼ਗੀਰਾਂ ਦੇ ਗਏ ਸੀ। ਗੋਰੀ ਨੇ ਵੀ ਖਾਣਾ ਖਾਣ ਤੋਂ ਬਾਅਦ ਸੋਚਿਆ ਕਿ ਮੈਂ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਅਵਲਾਈ ਜ਼ਰੂਰ ਕਰਾਂ, ਪਰ ਉਹਨੂੰ ਸਮਝ ਨਾ ਆਵੇ ਕਿ ਮੈਂ ਇਹਨੂੰ ਖੁਸ਼ ਕਰਾਂ ਤਾਂ ਕਿਵੇਂ ਕਰਾਂ। ਫਿਰ ਉਹਨੂੰ ਖਿਆਲ ਆਇਆ ਕਿ ਪੰਜਾਬੀ ਲੋਕ ਇੰਗਲੈਂਡ 'ਚ ਪੱਕੇ ਹੋਣ ਲਈ ਗੋਰੀ ਨਾਲ ਵਿਆਹ ਕਰਾਉਣ ਲਈ ਮਿੰਨਤਾਂ ਤਰਲੇ ਕਰਦੇ ਫਿਰਦੇ ਹੁੰਦੇ ਆ, ਕਿਉਂ ਨਾ ਮੈਂ ਵੀ ਇਹਨੂੰ ਵਿਆਹ ਦੀ ਆਫਰ ਦੇ ਕੇ ਖੁਸ਼ ਕਰਾਂ। ਫਿਰ ਉਹਨੇ ਛਿੰਦਾ ਜੀ ਨੂੰ ਕਿਵੇਂ ਸਮਝਾਇਆ? ਉਹਨੇ ਵੀ ਚੱਕੀ ਪੈਨਸਲ ਤੇ ਪੇਪਰ ਉੱਪਰ ਇੱਕ ਖੂਬਸੂਰਤ ਜਿਹਾ ਕਮਰਾ ਬਣਾਇਆ, ਵਿੱਚ ਡਬਲ ਬੈੱਡ ਸਜਾਇਆ, ਡਰੈਸਿੰਗ ਟੇਬਲ ਬਣਾਇਆ ਤੇ ਨਾਲ ਹੀ ਡਿਮ ਜੀ ਲਾਈਟ ਜਗਾ ਕੇ ਉਹਨੇ ਛਿੰਦਾ ਜੀ ਨੂੰ ਵਿਖਾਈ। ਫੇਰ ਤਾਂ ਮਾਰਦੇ ਉਹਨੇ ਛਿੰਦਾ ਜੀ ਛਾਲਾਂ। ਓਏ ਤੂੰ ਛਾਲਾਂ ਦੀ ਗੱਲ ਕਰਦਾ? ਉਹ ਤਾਂ ਗੁੱਸੇ 'ਚ ਹੋ ਗਏ ਲਾਲ ਪੀਲੇ। ਪੇਪਰ ਤੇ ਪਲੰਘ ਤੇ ਸ਼ਿੰਗਾਰ ਮੇਜ਼ ਬਣਿਆ ਵੇਖ ਕੇ ਉਹਨੇ ਹਾਰ ਨਹੀਂ ਕੀਤੀ, ਹਿੰਮਤ ਨਹੀਂ ਹਾਰੀ, ਪੜਾਕ ਦੇਣੇ ਗੋਰੀ ਦੇ ਇੱਕ ਚਪੇੜ ਮਾਰੀ। ਗੋਰੀ ਕਹਿੰਦੀ ਵਾਟਸ ਰੋਂਗ? ਫਿਰ ਛਿੰਦਾ ਜੀ ਕੀ ਕਹਿੰਦੇ? ਕਹਿੰਦਾ ਛੋੜੀਏ ਰੌਂਗ ਫੇਰ ਕਰੀ, ਪਹਿਲਾਂ ਇਹ ਦੱਸ ਤੈਨੂੰ ਦੱਸਿਆ ਕੀ ਨੇ ਅਸੀਂ ਉੱਥੇ ਫਰਨੀਚਰ ਦਾ ਕੰਮ ਕਰਦੇ ਆ। ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ, ਪੁੱਤ ਜੱਟਾਂ ਦੇ